सत श्री अकाल प्यारे बच्चों, अज असी करांगे साडी जो अंग संग कहानी है उसका सैकेंड पार्ट। पहले पार्ट विच असी कीता सी कि जो करतार सिंह है उसकी मौत हो गई है तो सारी जिम्मेवारी उसके जो बड़ा मुंडा है अमरीक उसके सिर ते आ गई है। अते अमरीक अपने पिता नाल बिताए कुछ पलों नूं जो चंगे मंदे जो भी दिन सन उन्होंने याद करता है। अते वो कहानी असी इत्थे खत्म कीती सी कि अमरीक प्यो दे नाल फिरदा तां उहदे प्यो दे यार उहनूं लाड लड़ाउंदे। हुण अगे असी शुरू करदे हां। अमरीक दी दादी करतार सिंह नूं अमरीक दी दादी करतार सिंह नूं इंज ढाणियां विच फिरन तो वरजदी रोकदी रहिंदी, पर वो किसे दी परवाह ना करदा। जो अमरीक दा बाप सी वो किसे दी परवाह ना करदा। पत्नी दी तां जुरत ही नहीं सी, पत्नी जो सी ओहदी तां ताकत ही नहीं सी कि उसदे अगे बोले, कि उसदे अगे उबासरे दा मतलब उसदे अगे बोले। वो कहंदा सी कि जनानियां दा काम बंदियां दे मामलिਆਂ 'ਚ दखल देण दा नहीं हुंदा। उसदा ये विचार सी कि जनानियां दा काम बंदियां दे मामलिਆਂ 'ਚ दखल देण दा नहीं हुंदा। ते इंज दिन गुजरदे जा रहे सन, टाइम गुजरदा जा रहा सी। अमरीक दा दादा जो 4 सालां बाद 4 सालां बाद 4 दा मतलब 4 सालां बाद किधरे आउंदा सी। वो 4 सालां बाद आउंदा सी जो कि सिंगापुर रहिंदा सी। अमरीक दे जम्मन ते जदों वो आया सी तां उदों 2 कोठड़ियां अगे सोफा ਅਤੇ ਅੱਗੇ ਬਰਾਂਡਾ ਛਤਵਾ ਕੇ ਉੱਪਰ ਚੁਬਾਰਾ ਪਵਾ ਗਿਆ ਸੀ। ਜਦੋਂ ਉਹ ਆਇਆ ਸੀ ਉਦੋਂ ਇੱਕ ਅੱਗੇ ਬੈਠਕ 2 ਕੋਠੜੀਆਂ ਅਤੇ ਚੁਬਾਰਾ ਪਵਾ ਗਿਆ ਸੀ। ਪਰ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ, ਉਹ ਜੋ ਸੀ ਕਰਤਾਰ ਸਿੰਘ ਨੂੰ ਸਮਝਾਉਂਦਾ ਕਿ ਫਿਜ਼ੂਲ ਖਰਚੀ ਵਿੱਚ ਪੈਸਾ ਘੱਟ ਉਡਾਇਆ ਕਰੇ ਅਤੇ ਕੋਈ ਜ਼ਮੀਨ ਹੋਰ ਖਰੀਦ ਲਵੇ। ਉਹ ਦੱਸਦਾ ਕਿਵੇਂ ਉਹ ਰੋਟੀ ਤੋਂ ਆਤੁਰ ਹੋ ਕੇ ਤੇ ਕਰਜ਼ੇ ਹੇਠਾਂ ਦਬੇ ਜਾਣ ਤੇ ਜ਼ਮੀਨ ਗਹਿਣੇ ਪੈ ਜਾਣ ਤੇ ਘਰੋਂ ਨਿਕਲਿਆ ਸੀ। ਕਿ ਜਿਵੇਂ ਉਹ ਰੋਟੀ ਤੋਂ ਆਤੁਰ ਹੋ ਕੇ ਵੀ ਮੁਸ਼ਕਿਲਾਂ ਹੋ ਗਈਆਂ ਸਨ ਉਸਨੂੰ ਰੋਟੀ ਦਾ ਹੀਲਾ ਕਰਨ ਦੀਆਂ ਵੀ, ਅਤੇ ਉਸਦੀ ਜੋ ਜ਼ਮੀਨ ਸੀ ਉਹ ਗਹਿਣੇ ਧਰੀ ਗਈ ਸੀ। ਕਰਜ਼ੇ ਹੇਠਾਂ ਦੱਬੇ ਹੋਏ ਨੂੰ ਉਸਨੂੰ ਬਾਹਰ ਨਿਕਲਣਾ ਪਿਆ, ਘਰੋਂ ਜਾਣਾ ਪਿਆ। ਅਤੇ ਕਿਵੇਂ ਉਸਨੇ ਹੌਲੀ ਹੌਲੀ ਗਹਿਣੇ ਪਈ ਸਾਰੀ ਪੈਲੀ ਛੁਡਵਾਈ, ਪਹਿਲੀ ਮਤਲਬ ਆਪਣੀ ਜ਼ਮੀਨ ਛੁਡਵਾਈ, ਅਤੇ ਉਹ ਬਾਹਰਲੇ ਮੁਲਕਾਂ ਵਿੱਚ ਕੰਮ ਦੀ ਕਦਰ ਬਾਰੇ ਵਿਚਾਰ ਦਿੰਦਾ। ਉਹ ਦੱਸਦਾ ਕਿ ਬਾਹਰਲੇ ਮੁਲਕਾਂ ਵਿੱਚ ਜੋ ਹੈ ਕੰਮ ਦੀ ਕਦਰ ਹੁੰਦੀ ਹੈ, ਜਿੱਥੇ ਨਿੱਕੇ ਤੋਂ ਨਿੱਕਾ ਛੋਟੇ ਤੋਂ ਛੋਟਾ ਨਿੱਕੇ ਤੋਂ ਨਿੱਕੇ ਕੰਮ ਵਿੱਚ ਵੀ ਕੋਈ ਨਮੋਸ਼ੀ ਨਹੀਂ ਸੀ, ਕੋਈ ਸ਼ਰਮ ਨਹੀਂ ਸੀ ਸਮਝੀ ਜਾਂਦੀ। ਜਿੱਥੇ ਫੋਕੀ ਫੂਫਾਂ ਦੇ ਕੋਈ ਅਰਥ ਨਹੀਂ। ਫੋਕੀ ਫੂਫਾਂ ਜਿਵੇਂ ਕਿ ਇੱਧਰ ਐਸ਼ੋ ਆਰਾਮ ਦੀ ਜ਼ਿੰਦਗੀ ਨੂੰ ਅਤੇ ਫੋਕੇ ਜੋ ਦਿਖਾਵੇ ਹਨ ਉਹਨਾਂ ਨੂੰ ਅਸੀਂ ਅਹਿਮੀਅਤ ਦਿੰਦੇ ਹਾਂ, ਉੱਥੇ ਇਹਨਾਂ ਚੀਜ਼ਾਂ ਦੀ ਕੋਈ ਅਹਿਮੀਅਤ ਨਹੀਂ। ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਸਨੇ ਪਿਓ ਨੂੰ ਆਖਿਆ ਸੀ, ਜਦੋਂ ਉਸਦਾ ਦਾਦਾ ਆਖਰੀ ਵਾਰ ਆਇਆ ਸੀ ਉਦੋਂ ਉਸਨੇ ਉਸਦੇ ਪਿਓ ਨੂੰ ਆਖਿਆ ਸੀ, ਉਹ ਕਰਤਾਰ ਸਿਆਂ ਜਦੋਂ ਮੈਂ ਆਉਂਦਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ, ਪਰ ਤੂੰ ਕਿਤੇ ਵੇਲੇ ਸੋਫੀ ਹਾਲਤ ਵਿੱਚ ਹੋਵੇਂ ਤਾਂ ਹੈ ਨਾ, ਵੀ ਜਦੋਂ ਵੀ ਮੈਂ ਆਉਂਦਾ ਹਾਂ ਤੂੰ ਮੈਨੂੰ ਕਦੇ ਵੀ ਸੋਫੀ ਹਾਲਤ ਵਿੱਚ ਨਹੀਂ ਮਿਲਦਾ, ਹਮੇਸ਼ਾ ਸ਼ਰਾਬ ਪੀ ਕੇ ਹੀ ਮਿਲਦਾ ਹੈ। ਫਿਰ ਉਹ ਕਹਿੰਦਾ ਹੈ ਜੋ ਕਰਤਾਰ ਸਿੰਘ ਹੈ, ਕਰ ਤੂੰ ਜਿਹੜੀ ਕਰਨੀ ਹੈ, ਤੇਰੀ ਨਹੀਂ ਤਾਂ ਹੋਰ ਕਿਹਦੀ ਮੰਨਣੀ ਆ, ਤੇਰੇ ਸਿਰ 'ਤੇ ਹੀ ਬਜ਼ੁਰਗ ਐਸ਼ਾ ਕਰਦੇ ਆ। ਅਤੇ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਰਤਾਰ ਸਿੰਘ ਕਿ ਤੇਰੇ ਸਿਰ 'ਤੇ ਹੀ ਮੈਂ ਐਸ਼ਾ ਕਰਦਾ, ਕਰ ਜੋ ਤੈਨੇ ਗੱਲ ਕਰਨੀ ਹੈ ਤੂਨੇ। ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕਲੀ ਕਰਾਏ ਸਨ ਅਤੇ ਨਾ ਹੀ ਜ਼ਮੀਨ ਖਰੀਦੀ ਸੀ। ਉਦੋਂ ਹੀ ਛੁੱਟੀ ਕੱਟ ਕੇ ਗਿਆ ਉਹਦਾ ਪਿਓ। ਤੀਸਰੇ ਚੌਥੇ ਮਹੀਨੇ ਚੜ੍ਹਾਈ ਕਰ ਗਿਆ ਮਤਲਬ ਉਹ ਵੀ ਮਰ ਗਿਆ, ਉਸਦੀ ਵੀ ਮੌਤ ਹੋ ਗਈ। ਹੱਸਦੇ ਖੇਡਦੇ ਕਰਤਾਰ ਸਿੰਘ ਦੇ ਸਿੰਘਾਂ ਤੋਂ ਸਿਰ 'ਤੇ ਪੈ ਗਈ। ਹੱਸਦਾ ਖੇਡਦਾ ਕਰਤਾਰ ਸਿੰਘ ਐਸ਼ਾ ਕਰਦਾ ਸੀ ਅਤੇ ਹੁਣ ਉਸਦੇ ਸਿਰ 'ਤੇ ਮੁਸੀਬਤ ਆ ਪਈ। ਬਾਹਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ। ਜੋ ਬਾਹਰੋਂ ਉਹਦਾ ਪਿਤਾ ਪੈਸੇ ਭੇਜਦਾ ਸੀ ਉਹ ਬੰਦ ਹੋ ਗਏ। ਰਿਸ਼ਤੇਦਾਰਾਂ ਅਤੇ ਸੱਜਣਾ ਮਿੱਤਰਾਂ ਉਸਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪ ਵਾਹੀ ਕਰਵਾਏ ਤਾਂ ਹੀ ਗੁਜ਼ਾਰਾ ਚੱਲੇਗਾ, ਕਿ ਇੱਕ ਨੌਕਰ ਰੱਖ ਲਵੇ ਅਤੇ ਵਾਹੀ ਕਰੇ, ਖੇਤਾਂ ਵਿੱਚ ਖੇਤੀ ਕਰੇ। ਅਮਰੀਕ ਨੂੰ ਇਹ ਵੀ ਕੱਲ੍ਹ ਵਾਂਗ ਯਾਦ ਸੀ। ਅਮਰੀਕ ਨੂੰ ਇਹ ਸਾਰੀਆਂ ਗੱਲਾਂ ਯਾਦ ਸੀ। ਉਸਦਾ ਪਿਓ ਅਤੇ ਮਾਮਾ ਬੀਕਾਨੇਰ ਵੱਲੋਂ ਬਲਦਾਂ ਦੀ ਇੱਕ ਵਧੀਆ ਜੋੜੀ ਖਰੀਦ ਕੇ ਲਿਆਏ। ਉਸਦਾ ਮਾਮਾ ਅਤੇ ਉਸਦਾ ਪਿਤਾ ਬੀਕਾਨੇਰ ਤੋਂ ਬਲਦਾਂ ਦੀ ਇੱਕ ਵਧੀਆ ਜੋੜੀ ਖਰੀਦ ਕੇ ਲਿਆਏ। ਲਿਸ਼ ਕਰਦੇ ਚਿੱਟੇ ਦੁੱਧ ਪਿੰਡਿਆਂ ਵਾਲੇ ਬਲਦ, ਚਿੱਟੇ ਦੁੱਧ ਪਿੰਡਿਆਂ ਵਰਗੇ ਦੁੱਧ ਜਿਹੇ ਪਿੰਡੇ ਉਹਨਾਂ ਦੇ ਸਰੀਰ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਪਹੁੰਚੇ ਤਾਂ ਉਹਨਾਂ ਦੀ ਜੋਗ ਜਿੱਤ ਕੇ ਮੁੜੀ ਸੀ। ਉਹ ਜਿੱਤ ਕੇ ਮੁੜੀ ਸੀ।
ਅੱਗੇ ਬੇਟਾ, ਭਾਵੇਂ ਘਰ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਦੇ ਸਿਰ 'ਤੇ ਪੈ ਗਈ ਸੀ, ਪਰ ਫਿਰ ਵੀ ਉਹ ਆਪਣੇ ਕੱਪੜੇ ਚਿੱਟੇ ਦੁੱਧ ਧੋਤੇ ਰੱਖਦਾ ਸੀ। ਭਾਵੇਂ ਉਸਦੇ ਸਿਰ 'ਤੇ ਘਰ ਦੀ ਜ਼ਿੰਮੇਵਾਰੀ ਪੈ ਗਈ ਸੀ, ਫਿਰ ਵੀ ਉਹ ਆਪਣੇ ਕੱਪੜੇ ਸਾਫ਼ ਸੁਥਰੇ ਦੁੱਧ ਧੋਤੇ ਚਿੱਟੇ ਰੱਖਦਾ ਸੀ। ਉਸਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ ਸੀ। ਉਸਦੀ ਜੋ ਜੁੱਤੀ ਸੀ ਹਮੇਸ਼ਾ ਲਿਸ਼ਕਦੀ ਰਹਿੰਦੀ ਸੀ। ਬੰਦੇ ਨੂੰ ਰੱਖ ਕੇ ਵਾਹੀ ਕਰਵਾਉਂਦਾ, ਵਾਹੀ ਕਰਵਾਉਣਾ, ਖੇਤੀ ਕਰਵਾਉਂਦਾ। ਆਪ ਪੱਠੇ ਲਿਆ ਛੱਡਦਾ ਅਤੇ ਫਿਰ ਖੁੰਡਾ 'ਤੇ ਬਹਿ ਛੱਡਦਾ ਜਾਂ ਤਾਸ਼ ਖੇਡਦਾ। ਆਪ ਤਾਂ ਪੱਠੇ ਲਿਆ ਕੇ ਡੰਗਰਾਂ ਨੂੰ ਪਾ ਦਿੰਦਾ ਅਤੇ ਖੁੰਡਾ 'ਤੇ ਬੈਠ ਕੇ ਤਾਸ਼ ਖੇਡਦਾ ਰਹਿੰਦਾ। ਫਿਰ ਘਰ ਦੇ ਵੀ ਸਮਝਾਉਂਦੇ ਅਤੇ ਬਾਹਰ ਦੇ ਵੀ। ਵਾਹੀਆਂ ਮਿੱਟੀ ਨਾਲ ਮਿੱਟੀ ਹੋਇਆ ਹੁੰਦੀਆਂ ਹਨ, ਜੋ ਖੇਤੀ ਹੈ ਉਹ ਮਿੱਟੀ ਨਾਲ ਮਿੱਟੀ ਹੋਇਆ ਹੁੰਦੀ ਹੈ। ਵਿਗਾਨੇ ਪੁੱਤ ਸਿਰ 'ਤੇ ਹੋਇਆ ਬਿਨਾਂ ਕੰਮ ਨਹੀਂ ਕਰਦੇ। ਵਿਗਾਨੇ ਪੁੱਤ ਵੀ ਜੋ ਤੂੰ ਨੌਕਰ ਰੱਖਿਆ ਹੈ, ਜਦ ਤੱਕ ਉਸਦੇ ਕੋਲ ਨਹੀਂ ਖੜਾ ਹੋਏਗਾ, ਉਸਦੇ ਉੱਤੋਂ ਕਹਿ ਕੇ ਕੰਮ ਨਹੀਂ ਕਰਾਏਗਾ, ਉਹ ਕੰਮ ਨਹੀਂ ਕਰਦੇ। ਇੰਝ ਝੱਟ ਨਹੀਂ ਸਰਨਾ, ਵੀ ਇਸ ਤਰ੍ਹਾਂ ਨਹੀਂ ਸਰਨਾ। ਅਮਰੀਕ ਦੀ ਦਾਦੀ ਰਾਤ ਨੂੰ ਦੇਰ ਤੱਕ ਘਰ ਨਾ ਆਉਣ 'ਤੇ ਬਾਹਰ ਢਾਣੀਆਂ 'ਚ ਬੈਠੇ ਰਹਿਣ ਕਰਕੇ, ਜੋ ਅਮਰੀਕ ਦੀ ਦਾਦੀ ਸੀ ਉਸਦੇ ਦੇਰ ਤੱਕ ਘਰ ਨਾ ਆਉਣ ਕਰਕੇ ਅਤੇ ਉਸਦੇ ਬਾਹਰ ਢਾਣੀਆਂ ਮਤਲਬ ਟੋਲੀਆਂ ਵਿੱਚ ਬਣਾ ਕੇ ਬੈਠੇ ਨੂੰ ਕਰਤਾਰ ਸਿੰਘ ਨੂੰ ਹਮੇਸ਼ਾ ਵਰਜਦੀ ਸੀ, ਹਮੇਸ਼ਾ ਉਸਨੂੰ ਰੋਕਦੀ ਸੀ। ਅੱਗੇ ਬੇਟਾ ਜੀ, ਉਸਨੂੰ ਹਮੇਸ਼ਾ ਔਖੀ ਹੋ ਕੇ ਬੋਲਦੀ ਸੀ, ਸਿੰਘਾਂ 'ਤੇ ਹੁੰਦੀ ਸੀ। ਨੱਛੜਿਆਂ ਬੰਦਿਆਂ ਵਾਲੇ ਚਾਲੇ ਫੜ, ਨੱਛੜਿਆਂ ਵੀ ਤੂੰ ਸਹੀ ਬੰਦਿਆਂ ਵਾਲੇ ਚਾਲੇ ਫੜ। ਧੀਆਂ ਪੁੱਤਾਂ ਵਾਲਾ ਹੋ ਗਿਆ ਹੈ, ਕੰਮ ਕੀਤਿਆਂ ਬਿਨਾਂ ਨਹੀਂ ਫੈਲਸੂਫੀਆਂ ਪੁੱਗਣੀਆਂ ਏ। ਉਸਦੀ ਦਾਦੀ ਕਹਿੰਦੀ ਹੈ ਕਿ ਜੋ ਤੇਰੀਆਂ ਫੈਲਸੂਫੀਆਂ ਹਨ, ਜੋ ਤੇਰੇ ਇਹ ਫਜ਼ੂਲ ਖਰਚੀਆਂ ਹਨ ਜਾਂ ਸ਼ੇਖੀਆਂ ਹਨ, ਇਹ ਬਿਨਾਂ ਕੰਮ ਕੀਤਿਆਂ ਨਹੀਂ ਪੁੱਗਣੀਆਂ। ਤੂੰ ਹੁਣ ਧੀਆਂ ਪੁੱਤਾਂ ਵਾਲਾ ਹੋ ਗਿਆ, ਕੰਮ ਕੀਤਿਆਂ ਬਿਨਾਂ ਇਹ ਸਾਰੀਆਂ ਜੋ ਫੈਲਸੂਫੀਆਂ ਹਨ ਤੇਰੀਆਂ, ਜੋ ਤੇਰੀ ਫਜ਼ੂਲ ਖਰਚੀਆਂ ਹਨ, ਉਹ ਨਹੀਂ ਪੁੱਗਣੀਆਂ। ਪੁੱਗ ਜਾਣਗੀਆਂ ਬੁੱਢੜੀਏ, ਉਹ ਆਪਣੀ ਮਾਂ ਨੂੰ ਕਹਿੰਦਾ, ਪੁੱਗ ਜਾਣਗੀਆਂ ਬੁੱਢੜੀਏ, ਆਪੇ ਪੁੱਗ ਜਾਣਗੀਆਂ, ਤੂੰ ਚਿੰਤਾ ਨਾ ਕਰ। ਅਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ, ਜੋ ਕਿੰਨੇ ਚਿਰ ਦੀ ਚੌਕੇ ਵਿੱਚ ਬੈਠੀ ਉਸਨੂੰ ਉਡੀਕ ਰਹੀ ਹੁੰਦੀ। ਫਿਰ ਉਸਦੀ ਦਾਦੀ ਉਸਦੀ ਮਾਂ ਨੂੰ ਕਹਿੰਦੀ ਹੈ, ਤੂੰ ਕੁੜੀਏ ਇਹਨੂੰ ਆਪ ਨਹੀਂ ਵਰਜਦੀ, ਤੂੰ ਇਸਨੂੰ ਰੋਕਦੀ ਨਹੀਂ। ਪ੍ਰਸ਼ਾਦੇ ਗਰਮ ਕਰ ਕਰਕੇ ਖਵਾਉਂਦੀ ਹੈ, ਇਸਨੂੰ ਰੋਟੀਆਂ ਗਰਮ ਕਰਕੇ ਖਵਾਉਂਦੀ ਹੈ। ਇਹ ਵਿਗੜੇ ਕਿਉਂ ਨਾ। ਜਦੋਂ ਆਵੇ ਠੰਡਾ ਤੋਸਾ ਮੱਥੇ ਮਾਰਿਆ ਕਰ ਸੂ, ਵੀ ਜਦੋਂ ਇਹ ਆਵੇ ਇਸਨੂੰ ਠੰਡੀ ਰੋਟੀ ਦਿਆ ਕਰ। ਵੇਖ ਲਈ ਨਹੀਂ ਤਾਂ ਔਖੀ ਹੋਏਗੀ, ਬਜ਼ੁਰਗ ਮਾਂ ਆਖਦੀ। ਉਸਦੀ ਬਜ਼ੁਰਗ ਮਾਂ ਆਖਦੀ ਕਿ ਤੂੰ ਮੇਰੀ ਗੱਲ ਨਹੀਂ ਮੰਨਦੀ, ਔਖੀ ਹੋਏਗੀ, ਇਸਨੂੰ ਸਮਝਾਉਂਦੀ ਨਹੀਂ। ਅਤੇ ਠੀਕ ਉਸਦੀ ਮਾਂ ਬੜੀ ਔਖੀ ਹੋਈ ਸੀ ਅਤੇ ਉਸਦੀ ਮਾਂ ਔਖੀ ਵੀ ਹੋਈ ਸੀ। ਅਮਰੀਕ ਦੇ ਬਾਲ ਮਨ 'ਤੇ, ਉਸਦਾ ਜੋ ਬਾਲ ਮਨ ਸੀ, ਬਚਪਨ ਵਾਲਾ ਮਨ ਸੀ, ਉਹ ਰਾਤ ਉਕਰੀ ਹੋਈ ਸੀ, ਉਹ ਰਾਤ ਉਸਦੀ ਉਸ 'ਤੇ ਛਪੀ ਹੋਈ ਸੀ। ਜਦੋਂ ਉਹ ਗੁਆਂਢੀਆਂ ਦੀ ਕੁੜੀ ਵੀਰੋ ਕੋਲ ਬਾਤਾਂ ਸੁਣ ਰਿਹਾ ਸੀ ਅਤੇ ਉਹਨਾਂ ਦੇ ਘਰ ਚੀਕ ਚਿਹਾੜਾ ਮੱਚ ਗਿਆ ਸੀ, ਉਹਨਾਂ ਦੇ ਘਰ ਸ਼ੋਰ ਸ਼ਰਾਬਾ ਮੱਚ ਗਿਆ ਸੀ। ਵੀਰੋ ਭੁੜਕ ਕੇ ਮੰਜੇ ਤੋਂ ਉੱਠੀ ਅਤੇ ਉਸਦੇ ਪਿੱਛੇ ਹੀ ਅਮਰੀਕ ਦੌੜ ਗਿਆ। ਘਰ ਵਿੱਚ ਕੋਹਰਾਮ ਮੱਚਿਆ ਹੋਇਆ ਸੀ, ਘਰ ਵਿੱਚ ਬੁਰਾ ਹਾਲ ਕੋਹਰਾਮ ਮੱਚਿਆ ਹੋਇਆ ਸੀ। ਨਿਆਣੇ ਰੋ ਰਹੇ ਸਨ, ਛੋਟੇ ਬੱਚੇ ਰੋ ਰਹੇ ਸਨ। ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਲਈ ਵਹੁਟੀ ਨੂੰ ਕੁੱਟੀ ਜਾ ਰਿਹਾ ਸੀ, ਜੋ ਅਮਰੀਕ ਦਾ ਪਿਤਾ ਸੀ ਉਸਦੀ ਮਾਂ ਨੂੰ ਕੁੱਟੀ ਜਾ ਰਿਹਾ ਸੀ। ਉਸਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਅਤੇ ਬਿਨਾਂ ਕੋਈ ਗੱਲ ਕੀਤਿਆਂ ਤੈਂ ਜੜੀ ਜਾ ਰਿਹਾ ਸੀ, ਉਹ ਬਿਨਾਂ ਕੋਈ ਗੱਲ ਕੀਤਿਆਂ ਉਸਦੇ ਮਾਰੀ ਜਾ ਰਿਹਾ ਸੀ। ਆਂਢੀ ਗੁਆਂਢੀ ਇਕੱਠੇ ਹੋ ਗਏ, ਉਹਨਾਂ ਮਸਾਂ ਰੋਂਦੀ ਹੋਈ ਜਗੀਰ ਕੌਰ ਨੂੰ ਬਚਾਇਆ, ਉਹਨਾਂ ਨੇ ਮਸਾਂ ਹੀ ਬਚਾਇਆ ਜਗੀਰ ਕੌਰ ਨੂੰ ਅਤੇ ਕਰਤਾਰ ਸਿੰਘ ਨੂੰ ਧੂ ਕੇ ਡੰਗਰਾਂ ਕੋਲ ਬਾਹਰ ਉਸਦੀ ਮੰਜੀ 'ਤੇ ਲੈ ਗਏ, ਉਸਨੂੰ ਖਿੱਚ ਕੇ ਡੰਗਰਾਂ ਵਾਲੀ ਮੰਜੀ 'ਤੇ ਲੈ ਗਏ। ਰੋਂਦੀ ਹੋਈ ਜਗੀਰ ਕੌਰ ਕਹਿ ਰਹੀ ਸੀ, ਦੱਸੋ ਮੈਂ ਕੀ ਕਸੂਰ ਕੀਤਾ। ਮੈਂ ਇਹੋ ਆਖਿਆ ਭਈ ਭਲਿਆ ਮਾਨਸਾ, ਉੱਤੋਂ 100 ਖਰਚ ਪਏ ਆ, ਵੀ ਬਹੁਤ ਸਾਰੇ ਖਰਚ ਪਏ ਨੇ ਅਤੇ ਤੂੰ ਸ਼ਰਾਬਾਂ ਪੀਂਦਾ ਫਿਰਦਾ ਏ। ਜਦੋਂ ਪੁੱਗਦੀ ਸੀ ਪੀ ਲਈ, ਜਦੋਂ ਤੇਰੇ ਕੋਲ ਪੈਸਾ ਸੀ, ਪਿਤਾ ਦੀ ਆਮਦਨੀ ਆਉਂਦੀ ਸੀ, ਤੂੰ ਪੀ ਲਈ। ਹੁਣ ਨਹੀਂ ਸਾਥੋਂ ਪੁੱਗਦੀ ਅਤੇ ਨਾ ਆਹ ਵੇਖਿਆ, ਨਾ ਤਾਂ ਮੇਰੀਆਂ ਸੋਹਰਾ ਸੇਕ ਦਿੱਤੀਆਂ ਕਿ ਮੈਨੂੰ ਥਾਪੀਆਂ ਨਾਲ ਕੁੱਟ ਦਿੱਤਾ, ਨਾ ਇਸਨੇ ਆਹ ਦੇਖਿਆ ਨਾ ਤਾਂ ਉਹ ਦੇਖਿਆ। ਕੋਈ ਨਹੀਂ ਹੌਸਲਾ ਕਰ, ਖਬਰੇ ਕੀ ਹੋ ਗਿਆ, ਸਿਆਣਾ ਬਿਆਣਾ ਸੀ, ਇਹ ਤਾਂ ਕਦੀ ਨਹੀਂ ਅੱਗੇ ਕੀਤਾ। ਫਿਰ ਉਸਨੂੰ ਔਰਤਾਂ ਦਿਲਾਸਾ ਦਿੰਦੀਆਂ ਹੋਈਆਂ ਕਹਿੰਦੀਆਂ ਹਨ, ਕੋਈ ਗੱਲ ਨਹੀਂ, ਕੀ ਪਤਾ ਕੀ ਹੋ ਗਿਆ, ਐਵੇਂ ਤਾਂ ਇਹ ਸਿਆਣਾ ਬਿਆਣਾ ਸੀ, ਕਿਸੇ ਨੇ ਵੀ ਅੱਗੇ ਤਾਂ ਕਦੇ ਨਹੀਂ ਕੀਤਾ ਐਸਾ ਕੰਮ। ਕਹਿੰਦੀਆਂ ਹੋਈਆਂ ਜਨਾਨੀਆਂ ਤੁਰ ਗਈਆਂ। ਕਰਤਾਰ ਸਿੰਘ ਬਿਨਾਂ ਰੋਟੀ ਖਾਧਿਆਂ ਹੀ ਸੌ ਗਿਆ। ਭਾਂਡਾ ਟਿੰਡਾ ਸਾਂਭ ਕੇ ਅਤੇ ਕੁੜੀਆਂ ਨੂੰ ਲੰਮਿਆਂ ਪਾ ਕੇ ਜਗੀਰ ਕੌਰ ਦਵਾਖੇ 'ਚ ਦੀਵਾ ਬੁਝਾਉਣ ਲੱਗੀ। ਦਵਾਖਾ ਬੇਟਾ ਦੀਵਾ ਬਾਲਣ ਲਈ ਜੋ ਆਲਾ ਹੁੰਦਾ ਸੀ ਪਹਿਲਾਂ, ਦੀਵਾ ਰੱਖਣ ਵਾਲਾ ਛੋਟਾ ਜਿਹਾ ਆਲਾ ਹੁੰਦਾ ਸੀ ਪਹਿਲੇ, ਹੁਣ ਤਾਂ ਦੀਵੇ ਬਾਲਦਾ ਹੀ ਨਹੀਂ ਕੋਈ। ਉਸ ਨਿੰਮੋ ਚਣੇ
ਬੁਝਾਉਣ ਲੱਗੀ ਤਾਂ ਉਸਨੇ ਨਿੰਮੋ ਝੁੰਡ ਚੌਕੇ 'ਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ 'ਤੇ ਪੈਣ ਲਈ ਕਿਹਾ। ਨਿੰਮੋ ਚੀਨ ਹੋਇਆ, ਸ਼ਰਮਿੰਦਾ ਹੋਇਆ ਅਮਰੀਕ। ਉਸਨੂੰ ਮੰਜੇ 'ਤੇ ਪੈਣ ਲਈ ਆਖਿਆ ਅਤੇ ਉਹ ਉੱਠਿਆ ਨਾ। ਜਗੀਰ ਕੌਰ ਨੇ ਉਸਨੂੰ ਬਾਹੋਂ ਫੜ ਕੇ ਉਠਾਇਆ। ਉੱਠ ਮੇਰਾ ਬੀਬਾ ਪੁੱਤ, ਉੱਠ ਮੇਰਾ ਪਿਆਰਾ ਪੁੱਤ, ਤੂੰ ਕਿਉਂ ਵੀ ਉਦਾਸ ਹੁੰਨਾ ਹੈ, ਤੂੰ ਕਿਉਂ ਸ਼ਰਮਿੰਦਾ ਹੁੰਨਾ ਹੈ। ਅਤੇ ਉਹ ਫਿੱਸ ਪਈ ਅਤੇ ਉਸ ਡੂੰਘਾ ਹੋਕਾ ਭਰਿਆ। ਉਸਨੇ ਡੂੰਘਾ ਹੋਕਾ ਭਰਿਆ ਮਤਲਬ ਉਸਨੂੰ ਜਿਸ ਤਰ੍ਹਾਂ ਬੱਚੇ ਰੋਂਦੇ ਹਨ ਅਤੇ ਹੌਂਕੇ ਆਉਂਦੇ ਹਨ, ਉਸ ਤਰ੍ਹਾਂ ਹੀ ਉਸਨੂੰ ਹੌਂਕਾ ਆਇਆ। ਅੱਛਾ ਪੁੱਤ ਤੁਹਾਡੇ ਕਰਮ, ਫਿਰ ਉਸਨੇ ਕਿਹਾ ਅੱਛਾ ਪੁੱਤ ਤੁਹਾਡੇ ਕਰਮ ਹੈ, ਤੁਹਾਡੀ ਕਿਸਮਤ ਹੈ। ਅਤੇ ਫਿਰ ਉਸਨੇ ਚਥਿੰਦੇ ਹੋਠਾਂ ਵਿੱਚੋਂ ਇਹ ਗੱਲ ਜਿਵੇਂ ਬਾਹਰ ਆ ਗਈ ਹੋਵੇ, ਮੈਂ ਤਾਂ ਅਮਰੀਕ ਹਕੀਕੀ ਡੁੱਬ ਕੇ ਮਰ ਜਾਣਾ ਸੀ। ਉਸਦੇ ਜੋ ਕੰਬਦੇ ਹੋਠ ਸੀ ਉਹਨਾਂ ਵਿੱਚੋਂ ਬਾਹਰ ਆਈ ਉਸਦੀ ਆਵਾਜ਼ ਕਿ ਮੈਂ ਤਾਂ ਮਰੀਕ ਸ਼ਬਦ ਹੈ ਜੋ ਅਮਰੀਕ ਲਈ ਵਰਤਿਆ ਗਿਆ, ਮੈਂ ਤਾਂ ਹਕੀਕੀ ਸੱਚੀ ਵਿੱਚ ਡੁੱਬ ਕੇ ਮਰ ਜਾਣਾ ਸੀ। ਜਦੋਂ ਲੱਭੀ ਨਾ ਤਾਂ ਦੱਸ ਦੇਈਂ। ਅਤੇ ਉਹ ਫਿਰ ਰੋਣ ਲੱਗ ਪਈ। ਹਕੀਕੀ ਇੱਕ ਨਹਿਰ ਦਾ ਨਾਮ ਹੈ। ਬੀਬੀ ਅਮਰੀਕ ਦਾ ਵੀ ਰੋਣਾ ਨਿਕਲ ਗਿਆ ਇਹ ਗੱਲ ਸੁਣ ਕੇ। ਮਾਂ ਨੇ ਉਸਨੂੰ ਘੁੱਟ ਕੇ ਗਲ ਨਾਲ ਲਾ ਲਿਆ ਅਤੇ ਫਿਰ ਦੋਵੇਂ ਦੀਵਾ ਬੁਝਾ ਕੇ ਲੇਟ ਗਏ। ਦੋਹਾਂ ਨੂੰ ਨੀਂਦ ਨਹੀਂ ਸੀ ਪੈ ਰਹੀ। ਕਦੇ ਕਦੇ ਮਾਂ ਦੇ ਮੂੰਹੋਂ ਵਾਹਿਗੁਰੂ ਕਹਿੰਦਾ ਲੰਮਾ ਹੋਕਾ ਹਵਾ ਵਿੱਚ ਰੁਲ ਜਾਂਦਾ। ਅਮਰੀਕ ਦੇ ਮਨ ਵਿੱਚ ਵਾਰ-ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ, ਮੈਂ ਤਾਂ ਅਮਰੀਕ ਹਕੀਕੀ ਡੁੱਬ ਕੇ ਮਰ ਜਾਣਾ। ਉਸਨੇ ਹਰੀਕੇ ਦਰਿਆ ਵੇਖਿਆ ਹੋਇਆ ਨਹੀਂ ਸੀ। ਜੋ ਅਮਰੀਕ ਸੀ ਉਸਨੇ ਹਰੀਕੇ ਜੋ ਦਰਿਆ ਸੀ ਉਹ ਵੇਖਿਆ ਹੋਇਆ ਨਹੀਂ ਸੀ, ਪਰ ਅੱਖਾਂ ਹੀ ਅੱਖਾਂ ਵਿੱਚ ਉਹ ਆਪਣੀ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਅਤੇ ਉਸਦੇ ਫੁੱਲੇ ਹੋਏ ਸਰੀਰ ਨੂੰ ਵੇਖ ਰਿਹਾ ਸੀ ਅਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੋ ਆ ਗਈ। ਅਤੇ ਹੁਣ ਉਸਨੂੰ ਰਹਿ ਕੇ ਇਹ ਖਿਆਲ ਆਉਂਦਾ ਕਿ ਇੰਨੀ ਦੂਰ ਹਰੀਕੇ ਹੀ ਕਿਉਂ? ਉਹਦੀ ਮਾਂ ਨਿਆਈਆਂ ਵਾਲੇ ਖੂਹ ਵਿੱਚ ਵੀ ਤਾਂ ਡੁੱਬ ਕੇ ਮਰ ਸਕਦੀ ਹੈ, ਜਿੱਥੇ ਪਿੰਡ ਦੀ ਇੱਕ ਮਾਈ ਗਾਬੋ ਡੁੱਬ ਕੇ ਮਰੀ ਹੋਈ ਸੀ। ਉਸਨੇ ਮਾਈ ਗਾਬੋ ਨੂੰ ਦੇਖਿਆ ਸੀ ਜੋ ਪਿੰਡ ਦੇ ਖੂਹ ਵਿੱਚ ਡੁੱਬ ਕੇ ਮਰੀ ਹੋਈ ਸੀ। ਤਾਂ ਉਸਦੇ ਦਿਮਾਗ ਵਿੱਚ ਜੋ ਬੱਚਾ ਸੀ ਬਚਪਨ 'ਚ ਸੋਚਣ ਲੱਗਾ ਅਤੇ ਉਸਦੇ ਦਿਮਾਗ ਵਿੱਚ ਕੁਛ ਖਿਆਲ ਆਉਣ ਲੱਗੇ ਕਿ ਉਸਦੀ ਮੰਮੀ ਨੇ ਜੋ ਹੈ ਉਸਦੀ ਮਾਂ ਨੇ ਇਹ ਕਿਉਂ ਕਿਹਾ ਕਿ ਮੈਂ ਹਰੀਕੇ ਜਾ ਕੇ ਹੀ ਮਰਨਾ ਹੈ। ਤਾਂ ਬੱਚਾ ਹੈ, ਬਸ ਉਸਦੇ ਮਨ ਵਿੱਚ ਖਿਆਲ ਆ ਗਿਆ ਕਿਸੇ ਵੀ ਹੋਰ ਖੂਹ ਵਿੱਚ ਕਿਉਂ ਨਹੀਂ, ਹਰੀਕੇ ਹੀ ਕਿਉਂ? ਅਤੇ ਉਸ ਘੁੱਟ ਕੇ ਅੱਖਾਂ ਮੀਚੀਆਂ, ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸਨੇ ਕਿੰਨਾ ਪਾਪ ਕੀਤਾ? ਫਿਰ ਉਸਨੇ ਸੋਚਿਆ ਕਿ ਉਸਨੇ ਕਿੰਨਾ ਪਾਪ ਕੀਤਾ ਕਿ ਉਸਨੇ ਆਪਣੀ ਮਾਂ ਦੇ ਮਰਨ ਬਾਰੇ ਸੋਚਿਆ, ਕਿ ਉਸਨੇ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਸੀ? ਉਸਨੂੰ ਤਾਂ ਇੱਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ, ਬਸ ਦਿਮਾਗ ਸੀ ਬੱਚੇ ਦਾ ਉਲਟ ਪੁਲਟ ਹੋ ਗਿਆ। ਅਤੇ ਉਹ ਆਪਣੇ ਪਿਓ 'ਤੇ ਹੈਰਾਨ ਹੋ ਰਿਹਾ ਸੀ ਕਿ ਅੱਜ ਵਾਂਗ ਤਾਂ ਉਸਨੇ ਕਦੀ ਵੀ ਨਹੀਂ ਸੀ ਕੀਤੀ, ਉਸਦੇ ਪਿਤਾ ਨੇ ਅੱਜ ਵਾਂਗ ਤਾਂ ਕਦੀ ਨਹੀਂ ਸੀ ਪੀਤੀ। ਉਸ ਤਾਂ ਕਦੀ ਵੀ ਉਸਦੀ ਮਾਂ ਨੂੰ ਨਹੀਂ ਸੀ ਕੁੱਟਿਆ ਉਸਨੇ ਕਦੀ ਵੀ ਉਸਦੀ ਮਾਂ ਨੂੰ ਨਹੀਂ ਸੀ ਕੁੱਟਿਆ। ਅਤੇ ਫਿਰ ਜਿਵੇਂ ਉਸਨੂੰ ਸਮਝ ਪਈ, ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਅਤੇ ਉਸ ਆਪਣੇ ਇਕੱਲੇ ਭਰਾ ਨੂੰ ਬੰਨ੍ਹ ਠਣ ਕੇ ਆਉਣ ਲਈ ਕਿਹਾ ਸੀ। ਜੋ ਉਸਦੀ ਫਿਰ ਉਸਨੂੰ ਸਮਝ 'ਚ ਆਇਆ ਕਿ ਉਸਦਾ ਜੋ ਪਿਤਾ ਸੀ ਉਹ ਥੋੜ੍ਹਾ ਪਰੇਸ਼ਾਨ ਸੀ ਕਿਉਂਕਿ ਉਸਦੀ ਜੋ ਭੂਆ ਦੀਆਂ ਕੁੜੀਆਂ ਦਾ ਵਿਆਹ ਸੀ ਅਤੇ ਉਸਨੇ ਉਸਨੂੰ ਸੁਨੇਹਾ ਘੱਲਿਆ ਸੀ ਕਿ ਉਸਨੇ ਬੰਨ੍ਹ ਠਣ ਕੇ ਆਉਣ ਲਈ ਕਿਹਾ ਸੀ। ਬਾਈਆਂ ਵਿੱਚੋਂ ਬਚਦਾ ਹੀ ਕੀ ਸੀ? ਜੋ ਆਈਆਂ ਸੀ ਖੇਤਾਂ ਵਿੱਚੋਂ ਖੇਤੀ ਵਿੱਚ ਕੁਛ ਨਹੀਂ ਬਚਦਾ ਸੀ। ਕਰਤਾਰ ਸਿੰਘ ਜਿਸ ਦਿਨ ਦਾ ਖੱਤ ਆਇਆ ਸੀ ਖਿਝਿਆ ਰਹਿੰਦਾ ਸੀ। ਉਸਦੀ ਭੂਆ ਦਾ ਜਿਸ ਦਾ ਖੱਤ ਆਇਆ ਸੀ ਅਮਰੀਕ ਦੀ, ਕਰਤਾਰ ਸਿੰਘ ਖਿਝਿਆ ਰਹਿੰਦਾ ਸੀ। ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ? ਉਹਨਾਂ ਸ਼ਾਹਾਂ ਤੋਂ ਪੁੱਛਿਆ ਸੀ, ਪਰ ਇੰਨਾ ਜ਼ਿਆਦਾ ਵਿਆਜ। ਇੱਕੋ ਭੈਣ ਦਾ ਇੱਕੋ ਭਰਾ ਸੀ। ਭੈਣ ਨੇ ਲਿਖਿਆ ਸੀ ਉਸ ਕਿਹੜਾ ਰੋਜ਼ ਕੁੜੀਆਂ ਵਿਆਹੁਣੀਆਂ ਸਨ। ਕਰਤਾਰ ਉਸਦੇ ਪਿਓ ਦੀ ਥਾਂ ਵੀ ਹੈ ਅਤੇ ਭਰਾ ਦੀ ਥਾਂ ਵੀ ਹੈ। ਕਰਤਾਰ ਸਿੰਘ ਜਗੀਰ ਕੌਰ ਨੂੰ ਆਪਣੀਆਂ ਟੂਮਾਂ ਦੇਣ ਲਈ ਕਹਿ ਰਿਹਾ ਸੀ, ਪਰ ਉਹ ਲੋਡਾ ਵੇਲਾ ਹੁੰਦਾ ਬੇਟਾ ਦੁਪਹਿਰ ਵੇਲੇ ਦਾ ਉਸਨੂੰ ਸਮਝਾ ਥੱਕਿਆ ਸੀ, ਪਰ ਉਹ ਕਹਿੰਦੀ ਸੀ ਮੇਰਾ ਅੱਗੇ ਕੀ ਰਹਿ ਗਿਆ, ਸਾਰਾ ਗਹਿਣਾ ਘਰੇ ਹੀ ਖਾਧਾ ਗਿਆ। ਟੂਮਾਂ ਹੁੰਦੀਆਂ ਹਨ ਗਹਿਣੇ ਬੇਟਾ, ਸਾਰਾ ਜੋ ਗਹਿਣਾ ਸੀ ਕਹਿੰਦੀ ਇੱਥੇ ਹੀ ਉਹ ਹੋ ਗਿਆ, ਖਾਧਾ ਗਿਆ, ਮੈਂ ਨਹੀਂ ਹੁਣ ਦੇਣਾ। ਹੁਣ ਇਹ ਵੀ ਉਹ ਬੋਲੀ ਮੈਂ ਹੁਣ ਨਹੀਂ ਦੇਵਾਂਗੀ, ਹੁਣ ਇਹ ਜੋ ਟੂਮਾਂ ਹਨ ਮੇਰੀਆਂ ਮੈਂ ਨਹੀਂ ਦੇਵਾਂਗੀ। ਤਾਂ ਇਸ ਕਰਕੇ ਉਸਦਾ ਦਿਮਾਗ ਜੋ ਸੀ ਉਹ ਗਰਮ ਹੋਇਆ ਸੀ, ਇਸ ਕਰਕੇ ਉਸਨੂੰ ਮਾਰ ਪਈ ਸੀ। ਉਸਨੂੰ ਕਰਤਾਰ ਸਿੰਘ ਨੇ ਜਗੀਰੋਂ ਨੂੰ ਕੁੱਟਿਆ ਸੀ, ਜਗੀਰ ਕੌਰ ਨੂੰ। ਅਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਗਹਿਣੇ ਨਾ ਦੇ ਕੇ ਮਾੜੀ ਕਰ ਰਹੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਸੀ। ਉਹ ਬੱਚਾ ਸੀ, ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਮਾਂ ਗਹਿਣੇ ਨਾ ਦੇ ਕੇ ਬੁਰਾ ਕਰ ਰਹੀ ਸੀ ਅਤੇ ਪਿਤਾ ਮੰਗ ਕੇ ਮਾੜਾ ਕਰ ਰਿਹਾ ਸੀ। ਅਤੇ ਇਸੇ ਉਧੇੜਪੁਣ ਵਿੱਚ ਉਸਦੀ ਅੱਖ ਲੱਗ ਗਈ ਅਤੇ ਉਹ ਸੋ ਗਿਆ।
ਭੂਆ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ। ਭੂਆ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ। 10 ਵਿੱਚੋਂ 2 ਕਿੱਲੇ ਗਹਿਣੇ ਧਰ ਦਿੱਤੇ ਗਏ। 2 ਕਿੱਲੇ ਜੋ ਸੀ ਉਹ ਗਹਿਣੇ ਧਰ ਦਿੱਤੇ। ਜੋ ਇਹ ਸਾਡਾ ਸਮਾਜ ਹੈ ਬੇਟਾ, ਇਸ ਵਿੱਚ ਜਿਵੇਂ ਵਿਆਹ ਸ਼ਾਦੀ 'ਤੇ ਖਰਚਾ ਕੀਤਾ ਜਾਂਦਾ ਹੈ, ਮਰਨਿਆਂ 'ਤੇ ਖਰਚਾ ਕੀਤਾ ਜਾਂਦਾ ਹੈ। ਇਸ 'ਤੇ ਜਿਵੇਂ ਕੁੜੀਆਂ ਦਾ ਵਿਆਹ ਹੈ ਤਾਂ ਜੋ ਬੇਟੀ ਵਾਲੇ ਨੇ ਉਹ ਭਾਤ ਲੈ ਕੇ ਜਾਣਗੇ ਆਪਣੀਆਂ ਭਾਣਜੀਆਂ ਦੇ ਵਿਆਹ 'ਚ, ਇਹ ਖਰਚੇ ਬਹੁਤ ਆਉਂਦੇ ਹਨ। ਅਤੇ ਜਿਵੇਂ ਭੈਣ ਦੀ ਸੱਸ ਮਰ ਗਈ ਤਾਂ ਉੱਥੇ ਖਰਚਾ ਕਰਨਾ ਹੈ, ਇਸ ਤਰ੍ਹਾਂ ਦੇ ਖਰਚੇ ਆਉਂਦੇ ਹਨ। ਜੋ ਸਾਡੇ ਜੋ ਪੇਂਡੂ ਸਮਾਜ ਹੈ ਜਾਂ ਸਾਡਾ ਜੋ ਪਰਿਵਾਰ ਹੈ, ਉਸ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਖਰਚੇ ਆਉਂਦੇ ਹਨ। ਤਾਂ ਜੋ ਖਰਚੇ ਇਸ ਕਰਤਾਰ ਸਿੰਘ ਦੇ ਉੱਪਰ ਵੀ ਆਏ। ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ ਸੀ। ਪੀਣਾ ਤਾਂ ਜਿਵੇਂ ਉਸਦਾ ਨੇਮ ਬਣ ਗਿਆ ਸੀ, ਹਮੇਸ਼ਾ ਨਿਤਨੇਮ ਬਣ ਗਿਆ ਸੀ। ਉਸਨੇ ਡੇਲੀ ਪੀਣੀ ਹੀ ਪੀਣੀ ਸੀ। ਉਹ ਸ਼ਰਾਬ ਨਾਲ ਗੁੱਟ ਰਹਿੰਦਾ ਸੀ, ਹਮੇਸ਼ਾ ਸ਼ਰਾਬ ਵਿੱਚ ਡੱਕਿਆ ਰਹਿੰਦਾ ਸੀ। ਫਿਰ ਉਸ ਅਫੀਮ ਵੀ ਖਾਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਸਨੇ ਅਫੀਮ ਖਾਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਹ ਆਦਤ ਦਾ ਗੁਲਾਮ ਹੁੰਦਾ ਗਿਆ। ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਕਈ ਵਾਰ ਸਮਝਾਉਣ 'ਤੇ ਉਸ ਕੋਸ਼ਿਸ਼ ਵੀ ਕੀਤੀ ਕਿ ਛੱਡ ਦੇਵੇ। ਉਸਨੇ ਕੋਸ਼ਿਸ਼ ਵੀ ਕੀਤੀ ਕਿ ਛੱਡ ਦੇਵੇ, ਪਰ ਅਮਲ ਤਾਂ ਜਿਵੇਂ ਉਹਦੇ ਹੱਡਾਂ ਵਿੱਚ ਹੀ ਰਚ ਗਿਆ ਸੀ। ਉਸਦੀ ਜੋ ਨਸ਼ੇ ਦੀ ਆਦਤ ਸੀ ਛੁੱਟ ਨਹੀਂ ਰਹੀ ਸੀ। ਅਮਰੀਕ ਦੇ ਵਹਿੰਦਿਆਂ ਕੁਝ ਸਾਲਾਂ ਵਿੱਚ ਹੀ, ਅਮਰੀਕ ਦੇ ਵੇਖਦਿਆਂ ਕੁਝ ਸਾਲਾਂ ਵਿੱਚ ਹੀ ਉਸਦਾ ਪਿਓ ਨਸ਼ਿਆਂ ਕਰਕੇ ਬੁੱਢਾ ਹੋ ਗਿਆ ਸੀ। ਉਸਦਾ ਪਿਤਾ ਸੀ ਜੋ ਪਹਿਲੇ ਤਾਂ ਉਸਦੇ ਭਰਾ ਵਰਗਾ ਲੱਗਦਾ ਸੀ, ਲੇਕਿਨ ਉਹ ਹੌਲੀ ਹੌਲੀ ਬੁੱਢਾ ਹੋ ਗਿਆ ਸੀ। ਘਰ ਵਿੱਚ ਹਰ ਵੇਲੇ ਖਿਝ, ਗੁੱਸੇ ਅਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ। ਇੰਝ ਹੌਲੀ ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜ੍ਹਦਾ ਗਿਆ, ਕਰਜ਼ਾ ਚੁੱਕਦਾ ਗਿਆ, ਪੀਂਦਾ ਗਿਆ। ਜਗੀਰ ਕੌਰ ਚਾਹੁੰਦਿਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਹੀਂ ਮਰ ਸਕੀ। ਜੋ ਜਗੀਰ ਕੌਰ ਉਸਦੀ ਮਾਂ ਸੀ ਅਮਰੀਕ ਦੀ, ਉਹ ਵੀ ਨਾ ਚਾਹੁੰਦਿਆਂ ਹੋਇਆ ਵੀ ਉਹ ਡੁੱਬ ਕੇ ਨਾ ਮਰ ਸਕੀ। ਹੁਣ ਉਹ ਘਰ ਵਿੱਚ ਹੀ ਹਰ ਘੜੀ ਗੋਤੇ ਖਾਂਦੀ ਡੁੱਬਦੀ ਮਰਦੀ ਰਹਿੰਦੀ ਸੀ। ਉਹ ਘਰ ਵਿੱਚ ਹੀ ਦੁੱਖਾਂ ਨੂੰ ਸਹਿੰਦੀ ਅਤੇ ਗੋਤੇ ਖਾਂਦੀ ਡੁੱਬਦੀ ਹੋਈ ਰਹਿੰਦੀ ਸੀ। ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਤੇ ਇੱਜ਼ਤ ਨਹੀਂ ਸੀ ਰਹਿ ਗਿਆ। ਹੌਲੀ ਹੌਲੀ ਅਤੀ ਚੰਗਾ ਲੱਗਣ ਵਾਲਾ ਪਿਓ ਅਮਰੀਕ ਦੀਆਂ ਨਜ਼ਰਾਂ 'ਚੋਂ ਵੀ ਡਿੱਗ ਪਿਆ। ਜੋ ਅਮਰੀਕ ਦਾ ਪਿਤਾ ਉਸਨੂੰ ਬਹੁਤ ਅੱਛਾ ਲੱਗਦਾ ਸੀ, ਹੌਲੀ ਹੌਲੀ ਉਸਦੀਆਂ ਨਜ਼ਰਾਂ ਵਿੱਚੋਂ ਵੀ ਡਿੱਗ ਪਿਆ। ਆਪਸ ਵਿੱਚ ਤਣੇ ਰਹਿੰਦੇ ਸਨ, ਗੁੱਸੇ ਰਹਿੰਦੇ ਸਨ। ਰਤਾ ਕੁ ਰਗੜ ਲੱਗਣ 'ਤੇ ਉਹਨਾਂ ਵਿਚਲਾ ਬਰੂਦ ਜਿਵੇਂ ਫਟ ਜਾਣ ਲਈ ਕਾਲਾ ਰਹਿੰਦਾ ਸੀ। ਵੀ ਥੋੜ੍ਹੀ ਜਿਹੀ ਵੀ ਗੱਲ ਹੋ ਜਾਂਦੀ ਤਾਂ ਉਹ ਆਪਸ 'ਚ ਲੜਨ ਨੂੰ ਕਾਲੇ ਰਹਿੰਦੇ ਸਨ। ਇਹ ਬਰੂਦ ਉਸ ਦਿਨ ਫਟ ਹੀ ਪਿਆ ਜਦੋਂ ਵੱਡੀ ਕੁੜੀ ਬੰਸੋ ਦਾ ਸਾਕ ਅਗਲਿਆਂ ਇਸ ਲਈ ਛੱਡ ਦਿੱਤਾ ਕਿ ਕੁੜੀ ਦਾ ਪਿਓ ਅਮਲੀ ਹੈ। ਜਦੋਂ ਉਸਦੀ ਵੱਡੀ ਭੈਣ ਜੋ ਕਰਤਾਰ ਦੀ ਵੱਡੀ ਬੇਟੀ ਅਤੇ ਅਮਰੀਕ ਦੀ ਵੱਡੀ ਭੈਣ ਬੰਸੋ ਸੀ, ਉਸਦਾ ਅਗਲਿਆਂ ਨੇ ਸਾਕ ਜੋ ਰਿਸ਼ਤਾ ਲੈ ਕੇ ਆਏ ਸੀ ਮੁੰਡੇ ਵਾਲਿਆਂ ਨੇ ਸਾਕ ਇਹ ਕਹਿ ਕੇ ਛੱਡ ਦਿੱਤਾ ਕਿ ਉਸਦਾ ਜੋ ਪਿਓ ਹੈ ਉਹ ਅਮਲੀ ਹੈ। ਅਮਲੀ ਮਤਲਬ ਵੀ ਉਹ ਸ਼ਰਾਬ ਪੀਂਦਾ ਹੈ, ਡਰਿੰਕ ਕਰਦਾ ਹੈ। ਉਹਨਾਂ ਘਰ ਤਾਂ ਭੰਗ ਪੁੱਜਦੀ ਹੈ, ਵੀ ਉਹਨਾਂ ਦੇ ਘਰ ਤਾਂ ਭੰਗ ਪੁੱਜਦੀ ਹੈ, ਵੀ ਉਹ ਭੰਗ ਪੀਂਦੇ ਹਨ। ਅਮਰੀਕ ਇਸ ਗੱਲੋਂ ਖਿਝ ਕੇ ਝਗੜਿਆ ਸੀ ਤਾਂ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ, ਮੈਂ ਆਪਦੇ ਪਿਓ ਦੀ ਜਾਇਦਾਦ ਖਾਂਦਾ ਓਏ, ਕਿ ਮੈਂ ਆਪਣੇ ਪਿਓ ਦਾ ਪੈਸਾ ਖਾਂਦਾ ਹਾਂ। ਮੈਂ ਨਹੀਂ ਕਿਸੇ ਕੰਜਰ ਦੇ ਆਖਿਆਂ ਹਟਣਾ, ਵੀ ਮੈਂ ਨਹੀਂ ਹਟਦਾ। ਤੂੰ ਮੈਨੂੰ ਕੀ ਦਿੰਦਾ ਹੈ? ਉਹ ਆਪਣੇ ਬੇਟੇ ਨੂੰ ਕਹਿੰਦਾ, ਤੂੰ ਮੈਨੂੰ ਕੀ ਦਿੰਦਾ ਹੈ? ਕਦੀ ਟਕਾ ਵੀ ਮੇਰੇ ਹੱਥ 'ਤੇ ਧਰਿਆ ਹੈ? ਵੀ ਤੂੰ ਮੈਨੂੰ ਕਦੇ ਪੈਸਾ ਨਹੀਂ ਦਿੱਤਾ। ਬਣਿਆ ਫਿਰਦਾ ਵੱਡਾ ਦਾਨਾ, ਵੀ ਵੱਡਾ ਅਮੀਰ। ਤੇ ਅਮਰੀਕ ਚੁੱਪ ਕਰ ਗਿਆ ਸੀ। ਭਾਵੇਂ ਉਹ ਆਪਣੀ ਅੱਧੀ ਤਨਖਾਹ ਘਰ ਦਿੰਦਾ ਸੀ, ਉਹ ਘਰ ਵਿੱਚ ਹੀ ਵਰਤੀ ਜਾਂਦੀ ਸੀ, ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਇਤਰਾਜ਼ ਸੀ ਕਿ ਉਹ ਤਨਖਾਹ ਆਪਣੀ ਮਾਂ ਦੇ ਹੱਥ 'ਤੇ ਧਰਦਾ ਸੀ, ਉਸਨੂੰ ਕਿਉਂ ਨਹੀਂ ਸੀ ਦਿੰਦਾ। ਇਸ ਲਈ ਉਸਦੇ ਉੱਤੇ ਇਸਦਾ ਕੋਈ ਅਹਿਸਾਨ ਨਹੀਂ। ਅੱਗੇ, ਵੇ ਪੁੱਤਾ ਤੇਰੀ ਆਈ ਮੈਂ ਮਰ ਜਾਂਦੀ, ਵੇ ਮੈਨੂੰ ਰੋਲਣ ਨੂੰ ਛੱਡ ਕੇ ਤੁਰ ਗਿਓ, ਵੇ ਮੇਰਿਆ ਛਿੰਦਿਆ ਪੁੱਤਾ। ਮੰਜੀ 'ਤੇ ਹੱਡੀਆਂ ਦੀ ਮੁੱਠ ਬਣੀ ਬੁੱਢੜੀ ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ। ਜੋ ਅਮਰੀਕ ਹੈ ਇਹ ਹਜੇ ਇੰਨਾ ਕੁਝ ਸੋਚ ਹੀ ਰਿਹਾ ਸੀ ਸਾਰੀਆਂ ਗੱਲਾਂ, ਕਿਉਂਕਿ ਉਹ ਮਰਨੇ ਤੋਂ ਬਾਅਦ ਦੀ ਗੱਲ ਹੈ ਉਸਦੇ ਪਿਤਾ ਦੇ, ਜਦੋਂ ਉਸਦਾ ਭੋਗ ਪਿਆ ਉਸ ਰਾਤ ਦੀ ਗੱਲ, ਉਹ ਸਾਰੀਆਂ ਗੱਲਾਂ ਹਜੇ ਸੋਚ ਹੀ ਰਿਹਾ ਹੈ। ਅਤੇ ਫਿਰ ਉਸਦੀ ਜੋ ਦਾਦੀ ਹੈ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਕਿ ਤੇਰੀ ਆਈ ਮੈਂ ਮਰ ਜਾਂਦੀ। ਉਹ ਆਪਣੇ ਪੁੱਤ ਨੂੰ ਯਾਦ ਕਰਕੇ ਕਰਤਾਰ ਨੂੰ ਕਹਿੰਦੀ ਹੈ ਕਿ ਮੈਂ ਮਰ ਜਾਂਦੀ, ਮੈਨੂੰ ਰੁਲਣ ਲਈ ਛੱਡ ਗਿਆ ਹੈ। ਮੰਜੀ 'ਤੇ ਹੱਡੀਆਂ ਦੀ ਮੁੱਠ ਬਣੀ, ਜੋ ਉਸਦੀ ਦਾਦੀ ਸੀ ਉਹ ਹੱਡੀਆਂ ਦੀ ਮੁੱਠੀ ਬਣੀ ਹੋਈ ਹੈ, ਸੁੱਕੀ ਹੋਈ ਹੈ। ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਦੂਜੀ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ ਅਤੇ ਦੂਜੀ ਮੰਜੀਆਂ ਤੋਂ ਉਸਦੀਆਂ ਭੈਣਾਂ ਰੋਣ ਲੱਗ ਪਈਆਂ। ਹੈ ਕਮਲੀਆਂ, ਤੁਸੀਂ ਕਿਉਂ ਰੋਂਦੀਆਂ ਜੇ? ਤੁਹਾਡੇ ਵੀਰ ਜਿਉਂਦੇ ਰਹਿਣ, ਤੁਹਾਨੂੰ ਕਿਸ ਗੱਲ ਦਾ ਘਾਟਾ? ਉਹ ਆਪਣੀ ਬੇਟੀਆਂ ਨੂੰ ਸਮਝਾਉਂਦੀ ਹੈ ਜਗੀਰ ਕੌਰ ਕਿ ਤੁਸੀਂ ਕਿਉਂ ਰੋਂਦੇ ਹੋ, ਤੁਹਾਡੇ ਭਰਾ ਜਿੰਦੇ ਰਹਿਣ, ਉਹ ਤੁਹਾਡਾ ਖਿਆਲ ਰੱਖਣਗੇ। ਜਗੀਰ ਕੌਰ ਨੇ ਰੋਂਦਿਆਂ ਕੁੜੀਆਂ ਨੂੰ ਬੁੱਕਲ ਵਿੱਚ ਲੈ ਲਿਆ। ਇਹਨਾਂ ਦੀ ਸੁੱਖ ਮੰਗੋ, ਆਪਣੇ ਭਰਾਵਾਂ ਦੀ ਸੁੱਖ ਮੰਗੋ। ਤੁਹਾਨੂੰ ਦੋਹਾਂ ਨੂੰ ਤੇ ਉਹ ਵਿਆਹ ਗਿਆ, ਆਹ ਜਿਹੀ ਨਿੱਕੀ ਜਿਹੀ ਅਜੇ ਰਹਿੰਦੀ ਹੈ ਤੇ ਤੁਹਾਨੂੰ ਦੋਨਾਂ ਨੂੰ ਤਾਂ ਉਹ ਵਿਆਹ ਗਿਆ ਹੈ।
ਆ ਜਿਹੜੀ ਨਿੱਕੀ ਰਹਿੰਦੀ ਹੈ ਇਸ ਨੂੰ ਵੀ ਵਿਆਹ ਦੇਗਾ, ਤੇ ਆ ਫੂ ਪਰ ਮੁੰਡਾ ਜਿਹਦੇ ਵਰਗਿਆਂ ਨੂੰ ਅਜੇ ਪਤਾ ਹੀ ਨਹੀਂ ਕਿ 100 ਕੇ ਦਿਨ ਕਦੋਂ ਚੜ੍ਹਦਾ ਹੈ। ਕਿ ਇੱਕ ਆ ਛੋਟਾ ਮੁੰਡਾ ਰਹਿੰਦਾ ਹੈ ਜਿਸ ਨੂੰ ਅਜੇ ਇਹ ਨਹੀਂ ਪਤਾ ਕਿ 100 ਕੇ ਦਿਨ ਕਿਵੇਂ ਚੜ੍ਹਦਾ ਹੈ, ਕਦੋਂ ਚੜ੍ਹਦਾ ਹੈ, ਵੀ ਇੰਨੀ ਦੇਰ ਰਾਤ ਤੋਂ ਉੱਠਦਾ ਹੈ। ਵਿਚਾਰਾ ਉਦਣ ਦਾ ਹਲਾ ਮਗਰ ਖੁੱਚਾ ਤੁੜਾਉਂਦਾ ਹੈ, ਹਜੇ ਵੀ ਉਦਣ ਦਾ ਉਹ ਹਲਾ ਮਗਰ ਖੁੱਚਾਂ ਤੁੜਾਉਂਦਾ ਫਿਰਦਾ ਹੈ। ਤੇ ਉਹਨਾਂ ਨੂੰ ਹੌਸਲਾ ਦਿੰਦੀ ਹੈ। ਉਹ ਆਪ ਵੀ ਫਿਸ ਪਈ, ਫਿਰ ਆਪ ਵੀ ਰੋ ਪਈ। ਨੀ ਬੀਬੀ ਸਾਨੂੰ ਆਇਆਂ ਨੂੰ ਸਿਰ ਤੇ ਪਿਆਰ ਦੇ ਕੇ ਕੌਣ ਗੱਲ ਆਇਆ ਕਰੂ, ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ। ਵੱਡੀ ਕੁੜੀ ਦੀ ਲੇਰ ਨਿਕਲ ਗਈ, ਉਸਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ ਵੱਡੀ ਕੁੜੀ ਨੇ ਕਿ ਸਾਨੂੰ ਕੌਣ ਲਾਡ ਪਿਆਰ ਨਾਲ ਸਾਡੇ ਸਿਰ ਤੇ ਹੱਥ ਧਰਿਆ ਕਰੂਗਾ। ਅਮਰੀਕ ਗੁੰਮ ਸੁੰਮ ਹੋਇਆ ਬੈਠਾ ਰਿਹਾ। ਉਹਦਾ ਜੀ ਤਾਂ ਕੀਤਾ ਕਿ ਉਹਨਾਂ ਨੂੰ ਚੁੱਪ ਕਰਾਵੇ, ਪਰ ਉਸ ਮਹਿਸੂਸ ਕੀਤਾ ਜੇ ਉਹ ਬੋਲਿਆ ਤਾਂ ਉਸਦਾ ਵੀ ਰੋਣਾ ਨਿਕਲ ਜਾਏਗਾ, ਇਸ ਲਈ ਉਹ ਚੁੱਪ ਹੀ ਰਿਹਾ। ਇਹ ਕੀ ਵਕਤ ਪਾ ਗਿਆ ਸੀ ਉਸਦਾ ਪਿਓ। ਇਮਾਰਤ ਹੇਠੋਂ ਜਿਵੇਂ ਵੱਡਾ ਥੰਮ ਖਿਸਕ ਗਿਆ ਹੋਵੇ। ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਇਮਾਰਤ ਥੱਲੋਂ ਵੱਡਾ ਜੋ ਥੰਮ ਹੈ ਜਿਸ ਦੇ ਉੱਪਰ ਇਮਾਰਤ ਟਿਕੀ ਹੋਈ ਸੀ, ਇੱਕ ਥੰਮ ਖਿਸਕ ਗਿਆ ਹੋਵੇ ਤੇ ਸਾਰੀ ਇਮਾਰਤ ਡੋਲ ਰਹੀ ਹੋਵੇ। ਉਹ ਨਿਤਾਣਾ ਜਿਹਾ ਹੋ ਕੇ ਫਿਰ ਲੇਟ ਗਿਆ। ਧਿਆਨ ਪਾਸੇ ਪਾ ਕੇ ਉਹ ਘੜੀ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ। ਉਹ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ। ਪਰਿਵਾਰ ਦੇ ਸਾਰੇ ਜੀਅ ਵਾਰ-ਵਾਰ ਉਸਦੀਆਂ ਨਜ਼ਰਾਂ ਅੱਗੋਂ ਗੁਜ਼ਰਨ ਲੱਗੇ, ਜਿਨ੍ਹਾਂ ਦੀ ਜ਼ਿੰਮੇਵਾਰੀ ਉਸਦੇ ਸਿਰ ਤੇ ਆ ਪਈ ਸੀ। ਭੈਣਾਂ ਨਾਲ ਭਰਾ ਦੇ ਨਾਲ ਪਿਓ ਦੀ ਵੀ ਥਾਂ ਵਰਤਣਾ ਸੀ। ਭੈਣਾਂ ਨਾਲ ਭਰਾ ਦੀ ਜਗ੍ਹਾ ਪਿਓ ਦੀ ਵੀ ਥਾਂ ਵਰਤਣਾ ਸੀ। ਛੋਟੀ ਨੂੰ ਜੋ ਅਜੇ ਪੜ੍ਹਦੀ ਸੀ, ਪੜ੍ਹਾਉਣਾ ਸੀ, ਵਿਆਹੁਣਾ ਸੀ। ਮਾਂ ਦੇ ਹਰ ਦੁੱਖ ਸੁੱਖ ਦਾ ਖਿਆਲ ਰੱਖਣਾ ਸੀ ਤੇ ਇਹ ਖਿਆਲ ਰੱਖਦਿਆਂ ਹੋਇਆਂ ਵੀ ਉਸਨੇ ਬੜੀ ਇਹਤਿਆਤ ਤੋਂ ਕੰਮ ਲੈਣਾ ਸੀ। ਭੈਣਾਂ ਦੇ ਕਿਸੇ ਕਾਰਜ ਤੇ ਨਾ ਗਿਆ, ਛੋਟਿਆਂ ਨਾਲ ਕੋਈ ਵੱਧ ਘੱਟ ਹੋ ਗਈ, ਉਹਨਾਂ ਵੀ ਅਤੇ ਲੋਕਾਂ ਵੀ ਆਖਣਾ ਹੈ ਵੀ ਅਗਰ ਐਸਾ ਕੁਛ ਹੋਇਆ ਵੀ ਭੈਣ ਭਰਾ ਨੂੰ ਕੋਈ ਦੁੱਖ ਹੋਇਆ ਜਾਂ ਮਾਂ ਭੈਣਾਂ ਦੇ ਸਹੀ ਕਿਸੇ ਕਾਰਜ ਤੇ ਕਿਸੇ ਕਾਰ ਵਿਹਾਰ ਤੇ ਸਹੀ ਟਾਈਮ ਤੇ ਨਾ ਪਹੁੰਚਿਆ ਤਾਂ ਲੋਕਾਂ ਨੇ ਵੀ ਆਖਣਾ ਹੈ ਤੇ ਉਹਨਾਂ ਨੇ ਵੀ ਆਖਣਾ ਹੈ ਕਿ ਵੱਡਾ ਭਰਾ ਹੀ ਤਾਂ ਹੈ, ਕਿਤੇ ਪਿਓ ਜਿੰਦਾ ਹੁੰਦਾ ਤਾਂ ਇਸ ਤਰ੍ਹਾਂ ਨਹੀਂ ਸੀ ਹੁੰਦੀ। ਕਿਉਂਕਿ ਅੱਜ ਕੱਲ੍ਹ ਜੋ ਸਾਡਾ ਸਮਾਜ ਹੈ ਉਸ ਵਿੱਚ ਬੋਲਿਆ ਹੀ ਜਾਂਦਾ ਹੈ, ਚਾਹੇ ਭਰਾ ਕਿੰਨਾ ਕਰ ਲੈਣ ਤਾਂ ਵੀ ਪਿਓ ਹੁੰਦਾ ਤਾਂ ਐਂ ਹੁੰਦਾ, ਪਿਓ ਹੁੰਦਾ ਤਾਂ ਐਂ ਹੁੰਦਾ। ਮਾਂ ਨੂੰ ਵੀ ਮਹਿਸੂਸ ਨਹੀਂ ਸੀ ਹੋਣ ਦੇਣਾ ਉਹਨਾਂ, ਨਹੀਂ ਤਾਂ ਉਸਨੂੰ ਜਨਾਨੀਆਂ ਦੀਆਂ ਕੀਤੀਆਂ ਗੱਲਾਂ ਵਾਰ-ਵਾਰ ਯਾਦ ਆਉਣੀਆਂ ਸਨ। ਭੈਣੇ ਤੇਰਾ ਤਾਂ ਰਾਜ ਖੁੱਸ ਗਿਆ, ਵੀ ਮਾਂ ਨੂੰ ਵੀ ਕੋਈ ਤੰਗੀ ਨਹੀਂ ਹੋਣ ਦੇਣੀ। ਨਹੀਂ ਤਾਂ ਜੋ ਜਨਾਨੀਆਂ ਕਹਿ ਰਹੀਆਂ ਸੀ ਉਹ ਗੱਲਾਂ ਉਸਨੂੰ ਯਾਦ ਆ ਰਹੀਆਂ ਸਨ ਕਿ ਤੇਰਾ ਤਾਂ ਰਾਜ ਖੁੱਸ ਗਿਆ। ਮਰਜ਼ੀ ਨਾਲ ਅੰਦਰੋਂ ਕੱਢਦੀ ਸੈਂ, ਵਰਤਦੀ ਸੈਂ ਕਿ ਮਰਜ਼ੀ ਨਾਲ ਤੂੰ ਪੈਸੇ ਕੱਢਦੀ ਸੈਂ ਤੇ ਵਰਤਦੀ ਸੀ। ਹੁਣ ਸੁੱਖ ਨਾਲ ਭਾਵੇਂ ਸੁਲੱਗ ਨੇ ਭਾਵੇਂ ਉਹ ਠੀਕ ਨੇ, ਚੰਗੇ ਸੁਭਾਅ ਵਾਲੇ ਨੇ, ਪਰ ਹਰ ਗੱਲੋਂ ਮੁੰਡਿਆਂ ਦੇ ਹੱਥਾਂ ਵੱਲ ਵੇਖੇਂਗੀ, ਵੀ ਮੁੰਡਿਆਂ ਵੱਲ ਹੀ ਵੇਖੇਂਗੀ। ਸਿਰ ਦੇ ਸਾਈਂ ਨਾਲ ਤੇਰੀ ਤਾਂ ਸਰਦਾਰੀ ਹੀ ਤੁਰ ਪਈ, ਵੀ ਸਿਰ ਦੇ ਸਾਈਂ ਨਾਲ ਤੇਰੀ ਜੋ ਸੀ ਸਰਦਾਰੀ ਚਲੀ ਗਈ। ਇਸ ਸਾਰੇ ਕੁਝ ਲਈ ਪੈਸੇ ਦੀ ਲੋੜ ਸੀ। ਇਹ ਸਾਰਾ ਕੰਮ ਜੋ ਉਸਨੇ ਕਰਨਾ ਸੀ, ਆਪਣੀ ਮਾਂ ਨੂੰ ਖੁਸ਼ ਰੱਖਣਾ ਸੀ, ਭੈਣ ਭਰਾਵਾਂ ਨੂੰ ਖੁਸ਼ ਰੱਖਣਾ ਸੀ, ਉਸ ਲਈ ਪੈਸੇ ਦੀ ਜ਼ਰੂਰਤ ਸੀ। ਅਮਰੀਕ ਸੋਚਦਾ ਸੀ ਕਿ ਹੁਣ ਉਹ ਆਪ ਵਾਹੀ ਵੱਲ ਧਿਆਨ ਦੇਵੇਗਾ, ਕਿ ਉਹ ਆਪ ਖੇਤੀ ਵੱਲ ਧਿਆਨ ਦੇਵੇਗਾ, ਤਾਂ ਹੀ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ, ਤਾਂ ਹੀ ਜੋ ਸਾਰੀਆਂ ਲੋੜਾਂ ਹਨ ਉਹ ਸਾਡੀਆਂ ਪੂਰੀਆਂ ਹੋਣਗੀਆਂ। 2-2.5 ਕਿੱਲੇ ਹੋਰ ਕੁੜੀਆਂ ਦੇ ਵਿਆਹ ਤੇ ਉਸਦੇ ਪਿਓ ਨੇ ਗਹਿਣੇ ਕਰ ਦਿੱਤੇ ਸਨ। ਪਹਿਲਾਂ 2 ਕਿੱਲੇ ਭੂਆ ਦੀਆਂ ਕੁੜੀਆਂ ਦੇ ਵਿਆਹ ਤੇ, ਫਿਰ 2-2.5 ਕਿੱਲੇ ਹੋਰ ਰੱਖ ਦਿੱਤੇ ਜਦੋਂ ਇਸਦੀਆਂ ਭੈਣਾਂ ਵਿਆਹੀਆਂ। ਉਸਦਾ ਖਿਆਲ ਸੀ ਬਚਦੇ 5-6 ਕਿੱਲਿਆਂ ਵਿੱਚ ਜੇ ਉਹ ਖਾਦ ਆਦਿ ਪਾ ਕੇ ਫਸਲ ਬੀਜਿਆ ਕਰਨਗੇ ਤਾਂ ਘਰ ਦਾ ਗੁਜ਼ਾਰਾ ਤੁਰ ਪਏਗਾ। ਉਸਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਇਆ। ਹੁਣ ਉਹ ਸਾਰੀ ਤਨਖਾਹ ਆਪਣੇ ਹੱਥੀਂ ਵਰਤਿਆ ਕਰੂ। ਅੱਗੇ ਤਾਂ ਸਾਰੀ ਤਨਖਾਹ ਖੇਰੂ ਹੋ ਜਾਂਦੀ ਸੀ। ਉਸ ਨੂੰ ਆਸ ਸੀ ਜੇ ਹੁਣ ਮਹਿੰਦਰ ਵਾਹੀ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਤਾਂ ਹੌਲੀ-ਹੌਲੀ ਉਹ ਆਪਣੀ ਜ਼ਮੀਨ ਨੂੰ ਛੁਡਾ ਲੈਣਗੇ। ਉਸਨੂੰ ਸੀ ਕਿ ਜੇ ਮਹਿੰਦਰ ਹੁਣ ਵਾਹੀ ਵੱਲ, ਖੇਤੀ ਵੱਲ ਧਿਆਨ ਦੇ ਤਾਂ ਉਹ ਆਪਣੀ ਜ਼ਮੀਨ ਨੂੰ ਛੁਡਾ ਲੈਣਗੇ। ਸਵੇਰੇ ਉਸਨੇ ਨੌਕਰੀ ਤੇ ਤੁਰ ਜਾਣਾ ਸੀ। ਇਸ ਲਈ ਉਸਨੇ ਛੋਟੇ ਭਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਤੋਰੀ। ਮਿੰਦਰਾ ਤਕੜਾ ਹੋ ਕੇ ਪੈ ਜਾ ਕੰਮ ਨੂੰ ਹੁਣ। ਮੈਂ ਵੀ ਹਫ਼ਤੇ 10 ਦਿਨਾਂ ਤੋਂ ਗੇੜਾ ਮਾਰ ਜਾਇਆ ਕਰੂੰ। ਉਹ ਜਿਹੜੀ ਜਿੱਤੇ ਹੋਰਾਂ ਕੋਲ ਪਹਿਲੀ ਗਹਿਣੇ ਆ, ਵੀ ਜਿਹੜੀ ਜਿੱਤੇ ਹੋਰਾਂ ਕੋਲ ਆਪਣੀ ਪਹਿਲੀ ਗਹਿਣੇ ਪਈ ਹੈ ਉਸਨੂੰ ਤੇ ਲਾਈਨ ਵਾਲੇ ਬਚਦੇ ਪੌਣੇ ਕਿੱਲੇ 'ਚ ਪੱਠੇ ਬੀਜ ਛੱਡੀ। ਵਾਹ ਕੇ ਮੈਂ ਪਰਸੋਂ ਵੇਖ ਕੇ ਆਇਆ, ਉਰਲੀ ਪੈਲੀ 'ਚ ਝੋਨਾ ਲਾਵਾਂਗੇ, ਠੀਕ ਹੈ ਨਾ।
ਮਿੰਦਰ ਚੁੱਪ ਰਿਹਾ, ਆਕਾਸ਼ ਵਿੱਚ ਤਾਰਿਆਂ ਨੂੰ ਘੂਰਦਾ ਰਿਹਾ ਤੇ ਫਿਰ ਪਾਸਾ ਬਦਲ ਕੇ ਲੰਮਾ ਪੈ ਗਿਆ, ਜਿਵੇਂ ਉਹ ਜਾਣ ਬੁੱਝ ਕੇ ਨਾ ਬੋਲਣਾ ਚਾਹੁੰਦਾ ਹੋਵੇ। ਅਮਰੀਕ ਬੋਲਿਆ ਤਾਂ ਉਹ ਜਗੀਰ ਕੌਰ ਨੇ ਕਿਹਾ, ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ ਹੈ। ਕਿਹੜਾ, ਉਤਲਾ? ਅਮਰੀਕ ਨੇ ਕਿਹਾ। ਆਹੋ। ਕਿਉਂ? ਉਹਦੀ ਆਵਾਜ਼ ਵਿੱਚ ਗੁੱਸਾ ਸੀ। ਹੁਣ ਅਮਰੀਕ ਦੀ ਆਵਾਜ਼ ਵਿੱਚ ਗੁੱਸਾ ਸੀ। ਉਸਨੂੰ ਆਏ ਸੀ ਕਿ ਉਹ ਜ਼ਮੀਨ ਤਾਂ ਹੈ ਸਾਡੇ ਕੋਲ, ਲੇਕਿਨ ਉਹ ਵੀ ਗਹਿਣੇ ਸੀ। ਆਹ ਤੇਰੀ ਭੈਣ ਦੀ ਸੱਸ ਦੇ ਇਕੱਠ 'ਤੇ ਜਦੋਂ ਗਏ ਸਾਂ, ਉਦੋਂ ਮਾਂ ਦਬੀ ਆਵਾਜ਼ ਵਿੱਚ ਬੋਲੀ। ਮਾਂ ਨੇ ਕਿਹਾ ਕਿ ਜਦੋਂ ਤੇਰੀ ਭੈਣ ਦੇ ਸੱਸ ਦਾ ਇਕੱਠ ਹੋਇਆ ਸੀ, ਮੇਲ ਹੋਇਆ ਸੀ, ਉਹਦੇ ਵਿੱਚ ਅਸੀਂ ਗਏ ਸੀ ਤਾਂ ਉਦੋਂ ਉਹ ਪੌਣਾ ਕਿੱਲਾ ਵੀ ਗਹਿਣੇ ਹੋ ਗਿਆ ਸੀ। ਅਮਰੀਕ ਨੇ ਸੋਚਿਆ, ਹੁਣ ਖਿਝਣ ਦਾ ਕੀ ਫਾਇਦਾ ਸੀ। ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੇ ਨਾ ਪੈਂਦੀ, ਤੇ ਉਹ ਇਸ ਨੂੰ ਹੋਣੀ ਸਮਝ ਕੇ ਪੀ ਗਿਆ। ਉਸਨੇ ਸੋਚਿਆ ਕਿ ਉਸਨੇ ਜੇ ਪਹਿਲਾਂ ਘਰ ਵੱਲ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਨਹੀਂ ਹੁੰਦਾ, ਤੇ ਪਿੱਛੇ ਪੈਲੀ ਕਿਹੜੀ ਰਹਿ ਗਈ। ਫਿਰ ਉਸਨੇ ਜਿਵੇਂ ਖਲਾ ਨੂੰ ਪੁੱਛਿਆ ਹੋਵੇ, ਕੋਈ ਜਵਾਬ ਨਾ ਆਇਆ। ਜਿਵੇਂ ਉਸਨੇ ਹਵਾ ਵਿੱਚ ਹੀ ਪੁੱਛਿਆ ਹੋਵੇ ਕਿ ਪਿੱਛੇ ਰਹਿ ਕੀ ਗਿਆ, ਕਿੰਨੀ ਜ਼ਮੀਨ ਰਹਿ ਗਈ। ਉੱਧਰੋਂ ਖਾਦ ਦੇ ਪੈਸੇ ਦੇਣੇ ਆ, ਪਤਾ ਨਹੀਂ ਕਿੱਥੇ ਖਾਦ ਪਾਉਂਦੇ ਰਹੇ, ਫਸਲ ਤਾਂ ਕਦੀ ਖਾਣ ਜੋਗੀ ਆਈ ਨਹੀਂ। ਉਹ ਫਿਰ ਟੌਂਟਿੰਗ 'ਚ ਕਹਿੰਦਾ ਕਿ ਪਤਾ ਨਹੀਂ ਕਿੱਥੇ ਖਾਦ ਪਾਉਂਦੇ ਰਹੇ, ਫਸਲ ਤਾਂ ਕਦੇ ਆਈ ਨਹੀਂ ਇੰਨੀ। ਉਹ ਆਪ ਹੀ ਬੁੜ-ਬੁੜ ਕਰਕੇ ਚੁੱਪ ਕਰ ਗਿਆ। ਖਾਦ ਤਾਂ ਅੱਗੇ ਨਗਦ ਵੇਚ ਕੇ ਪੈਸੇ ਵੱਟ ਕੇ ਵਰਤ ਲਏ ਸਨ ਉਸਨੇ। ਜੋ ਉਸਦੇ ਪਿਤਾ ਨੇ ਖਾਦ ਲਿਆ ਕੇ ਉਸਨੂੰ ਨਗਦ ਵੇਚ ਦਿੱਤਾ ਅਤੇ ਪੈਸੇ ਖੁਦ ਖਾ ਗਿਆ। ਖੇਤਾਂ 'ਚ ਕਿੱਥੇ ਪਈ? ਮਹਿੰਦਰ ਪਹਿਲੀ ਵਾਰ ਬੋਲਿਆ। ਉਹਦੀ ਆਵਾਜ਼ ਵਿੱਚ ਪਤਾ ਨਹੀਂ ਲੱਗਦਾ ਨਿਰਲਪਤਾ ਸੀ ਜਾਂ ਕੁੜੱਤਣ ਸੀ। ਪਤਾ ਨਹੀਂ ਦਰਦ ਸੀ ਜਾਂ ਉਸਦੀ ਆਵਾਜ਼ ਵਿੱਚ ਕੁੜੱਤਣ ਸੀ। ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜ੍ਹਿਆ। ਮੈਂ ਆਨਾ, ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹੇ ਜੇ? ਮਾਤਾ, ਤੂੰ ਸਭ ਸਾਥੋਂ ਲੁਕਾਉਂਦੀ ਰਹੀ। ਆਪਣੀ ਮਾਂ ਨੂੰ ਕਹਿੰਦਾ, ਤੂੰ ਸਭ ਕੁਝ ਲੁਕਾਉਂਦੀ ਰਹੀ। ਉਸਦੀ ਆਵਾਜ਼ ਵਿੱਚ ਮਾਂ ਪ੍ਰਤੀ ਦਬਵਾਂ ਜਿਹਾ ਗੁੱਸਾ ਸੀ। ਮੈਂ ਕੀ ਲੁਕਾਉਂਦੀ ਰਹੀ ਹਾਂ? ਤੂੰ ਘਰ ਦਾ ਖਹਿੜਾ ਹੀ ਛੱਡਿਆ ਹੋਇਆ ਸੀ। ਉਹ ਮਨਮਰਜ਼ੀ ਕਰਦਾ ਸੀ। ਉਹਦੇ ਅਮਲ ਦਾ ਇੰਨਾ ਖਰਚਾ ਘਰੋਂ ਹੀ ਤਾਂ ਹੁੰਦਾ ਸੀ। ਤੂੰ ਅਣਜਾਣ ਤਾਂ ਨਾ ਬਣ। ਮਾਂ ਉਸਨੂੰ ਕਹਿੰਦੀ ਹੈ ਕਿ ਤੂੰ ਅਣਜਾਣ ਤਾਂ ਨਾ ਬਣ। ਜੋ ਤੇਰਾ ਪਿਤਾ ਸੀ ਇੰਨਾ ਜ਼ਿਆਦਾ ਅਮਲ ਕਰਦਾ ਸੀ ਕਿ ਉਸਦੇ ਅਮਲ ਦਾ ਜੋ ਖਰਚਾ ਸੀ ਉਹ ਘਰੋਂ ਹੀ ਹੁੰਦਾ ਸੀ। ਉਹ ਦੰਦ ਘੁੱਟੀ ਲੰਮਾ ਪਿਆ ਰਿਹਾ। ਇੰਨਾ ਪੈਸਾ ਉਹ ਕਿਵੇਂ ਉਤਾਰੇਗਾ? ਵਾਹੀ ਕਿਵੇਂ ਤੋਰੇਗਾ? ਝੋਨੇ ਲਈ ਖਾਦ ਵੀ ਚਾਹੀਦੀ ਹੈ। ਮੱਖਣ ਸੋ ਵੀ ਇੱਕ ਪਰ ਨੋਟ ਲਈ ਫਿਰਦਾ ਸੀ। ਮੈਨੂੰ ਵਿਖਾਉਂਦਾ ਸੀ। ਭਾਈਏ ਨੇ ਉਸ ਤੋਂ ਵੀ 500 ਰੁਪਏ ਵਿਆਜੀ ਫੜਿਆ ਹੋਇਆ ਏ। ਮੈਨੂੰ ਆਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰਗਾ। ਮਹਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਖੋਲ੍ਹਿਆ ਜਿਵੇਂ ਮੱਥੇ ਵਿੱਚ ਕੁਝ ਪਟਕ ਕੇ ਮਾਰੀਦਾ ਹੋਵੇ। ਮਹਿੰਦਰ ਨੇ ਇੱਕ ਹੋਰ ਭੇਦ ਖੋਲ੍ਹਿਆ ਕਿ ਮੱਖਣ ਸਿੰਘ ਵੀ ਪਰ ਨੋਟ ਚੱਕੀ ਫਿਰਦਾ ਸੀ। ਉਸਨੇ ਭਾਈਏ ਨੂੰ ਪੈਸੇ ਦਿੱਤੇ ਹੋਏ ਹਨ 500 ਰੁਪਏ। ਉਸਨੇ ਇੱਕ ਹੋਰ ਭੇਦ ਖੋਲ੍ਹਿਆ। ਲਿਓ, ਸੁਣ ਲਓ, ਹੋਰ ਸੁਣ ਲਓ। ਮੈਂ ਆਨਾ, ਸਭ ਪੈਸਾ ਦੇਣਾ ਹੀ ਹੈ, ਸਭ ਪਾਸੇ ਦੇਣਾ ਹੀ ਦੇਣਾ ਹੈ। ਅਮਰੀਕ ਉੱਠ ਕੇ ਬੈਠ ਗਿਆ। ਪਹਿਲਾਂ ਤਾਂ ਉਹ ਗੁੱਸੇ ਵਿੱਚ ਭਰ ਗਿਆ, ਫਿਰ ਹੌਲੀ-ਹੌਲੀ ਉਹਦੇ ਮੱਥੇ ਦੀਆਂ ਕੱਸੀਆਂ ਹੋਈਆਂ ਨਾੜਾਂ ਢਿੱਲੀਆਂ ਪੈ ਗਈਆਂ। ਉਸਦਾ ਗੁੱਸਾ ਥੋੜ੍ਹਾ ਘੱਟ ਹੋਇਆ। ਉਸਨੇ ਸੋਚਿਆ ਇਸ ਸਭ ਕੁਝ ਨੂੰ ਪ੍ਰਵਾਨ ਕਰਨਾ ਹੀ ਪੈਣਾ ਸੀ, ਤੇ ਫਿਰ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ, ਉਹ ਬਾਬਾ, ਇੱਕੋ ਵਾਰੀ ਦੱਸ ਦਿਓ ਕਿਹਦਾ ਕੀ ਦੇਣਾ ਏ? ਹੌਲੀ-ਹੌਲੀ ਕਿਉਂ ਲੱਗੇ ਹੋ? ਤੇ ਫਿਰ ਉਹ ਆਪ ਹੀ ਬੋਲਿਆ, ਨਾਲ ਘਰ ਗਵਾਇਆ, ਨਾਲੇ ਭੜੂਆ ਖਵਾਇਆ। ਲੋਕੀ 100 ਗੱਲਾਂ ਕਰਦੇ ਨੇ, ਧਰਮ ਨਾਲ ਜੀ ਕਰਦਾ ਹੈ ਧਰਤੀ 'ਚ ਨਿੱਘਰ ਜਾਈਏ ਕਿ ਨਾਲੇ ਤਾਂ ਅਸੀਂ ਆਪਣਾ ਘਰ ਗਵਾਇਆ ਹੈ ਤੇ ਨਾਲੇ ਅਸੀਂ ਭੜੂਆ ਖਵਾਏ ਆ। ਇਸ ਲਈ ਲੋਕੀ ਜੋ ਨੇ 100 ਗੱਲਾਂ ਕਰਦੇ ਨੇ ਸਾਡੇ ਬਾਰੇ। ਧਰਮ ਨਾਲ ਜੀ ਕਰਦਾ ਹੈ ਧਰਤੀ 'ਚ ਨਿੱਘਰ ਜਾਈਏ ਵੀ ਅਸੀਂ ਤਾਂ ਜ਼ਮੀਨ ਵਿੱਚ ਗੱਡ ਜਾਈਏ। ਜਦੋਂ ਸੁਣੀਦਾ ਉਹ ਪੀ ਕੇ ਉਸ ਮੋੜ 'ਤੇ ਪਿਆ ਸੀ, ਕਦੀ ਉਸ ਮੋੜ 'ਤੇ ਪਿਆ ਸੀ। ਵੀ ਜਦੋਂ ਅਸੀਂ ਸੁਣਦੇ ਕਿ ਉਹ ਪੀ ਕੇ ਕਦੇ ਇਸ ਮੋੜ 'ਤੇ ਪਿਆ ਸੀ ਤੇ ਕਦੇ ਉਸ ਮੋੜ 'ਤੇ ਪਿਆ ਸੀ। ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ। ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤਾਂ ਵੱਡੀ ਕੁੜੀ ਬੋਲੀ, ਸੱਚੀ ਭਾਅ ਜੀ, ਅਸੀਂ ਤੇ ਤੁਹਾਨੂੰ ਡਰਦੇ ਦੱਸਦੇ ਨਹੀਂ ਸਾਂ। ਉਦੋਂ ਭਾਈਆ ਤੇ ਹੁਣ ਸੱਚੀ ਪੁੱਠੇ ਕੰਮੀ ਉਤਰ ਆਇਆ ਸੀ। ਜੋ ਭਾਈਆ ਸੀ ਹੁਣ ਪੁੱਠੇ ਕੰਮਾਂ 'ਤੇ ਉਤਰ ਆਇਆ ਸੀ। 2-3 ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੈਂਚਲ ਕਲੀ ਵਾਲੇ ਕੋਲ ਵੇਚ ਦਿੱਤਾ ਕਿ ਭਾਈਏ ਨੇ ਘਰੋਂ ਪਤੀਲਾ ਚੁੱਕਿਆ ਤੇ ਵੇਚ ਆਇਆ। ਅਸੀਂ ਲੱਭਦੇ ਫਿਰੀਏ, ਪਿੱਛੋਂ ਪਤਾ ਲੱਗਾ ਫਿਰ ਚੈਂਚਲ ਤੋਂ ਮੋੜ ਕੇ ਆਂਦਾ, ਵੀ ਫਿਰ ਪੈਸੇ ਦੇ ਕੇ ਵਾਪਸ ਲੈ ਕੇ ਆਂਦਾ ਪਤੀਲਾ। ਅਮਰੀਕ ਨੂੰ ਇੱਕ ਹੋਰ ਧੱਕਾ ਜਿਹਾ ਲੱਗਿਆ। ਉਸਨੇ ਸੋਚਿਆ ਜੇ ਕਿਧਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹ ਕੀ ਮੂੰਹ ਵਿਖਾਉਂਦਾ ਕਿ ਉਸਦਾ ਪਿਓ ਭਾਂਡੇ ਚੱਕ ਕੇ ਵੇਚਦਾ ਸੀ, ਬਰਤਨ ਵੇਚਦਾ ਸੀ ਘਰੋਂ ਲਿਜਾ ਕੇ। ਹੋ ਸਕਦਾ ਸੀ ਕਿ ਉਸਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ, ਵੀ ਪਹਿਲਾਂ ਘਰ ਦੇ ਵੇਚਦਾ ਫਿਰ ਕੀ ਪਤਾ ਲੋਕਾਂ ਦੇ ਚੁੱਕਣ ਲੱਗ ਜਾਂਦਾ। ਇਹ ਸਭ ਕੁਝ ਸੋਚਦਿਆਂ ਉਹ ਜਿਵੇਂ ਨਮੋਸ਼ੀ ਵਿੱਚ ਗਰੀਕ ਹੁੰਦਾ ਗਿਆ। ਉਹ ਨੀਚੇ ਆਪਣੇ
ਸ਼ਰਮ ਨਾਲ ਗਰਕ ਹੁੰਦਾ ਗਿਆ। ਤੁਸੀਂ ਛੱਡੋ ਉਹਦੀਆਂ ਗੱਲਾਂ, ਉਹ ਤਾਂ ਚੈਚਲ ਦੀ ਹੱਟੀ 'ਚ ਵੜ ਕੇ ਕਈ ਵਾਰ ਨਸਵਾਰ ਵੀ ਲੈਂਦਾ ਸੀ ਤੇ ਹੁਣ ਤਾਂ ਫੀਮ ਦੀ ਥਾਂ ਉਹ ਨਸ਼ੇ ਦੀਆਂ ਗੋਲੀਆਂ ਜਿਹੀਆਂ ਵੀ ਖਾਂਦਾ ਸੀ ਤੇ ਉਹ ਬੀੜਾ ਜਿਹਾ ਵੀ ਲੈਂਦਾ ਸੀ। ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ, ਚੰਗਾ ਹੋਇਆ ਉਹਦੇ ਪਿਓ ਦੀਆਂ ਇਹ ਗੱਲਾਂ ਕਿਸੇ ਹੋਰ ਕੋਲੋਂ ਉਸ ਕੋਲੋਂ ਲੁਕੀਆਂ ਰਹੀਆਂ। ਅਮਰੀਕ ਨੇ ਸੋਚਿਆ ਕਿ ਉਸ ਕੋਲੋਂ ਲੁਕੀਆਂ ਰਹੀਆਂ। ਉਸਨੂੰ ਨਹੀਂ ਪਤਾ ਸੀ ਉਸਦਾ ਪਿਤਾ ਨਸ਼ਾ ਕਰਦਾ ਸੀ, ਜਿਵੇਂ ਅਫੀਮ ਵੀ ਲੈਂਦਾ ਸੀ, ਗੋਲੀਆਂ ਵੀ ਖਾਂਦਾ ਸੀ ਤੇ ਇੰਜ ਉਹ ਸ਼ਰੇਆਮ ਨਹੀਂ ਸੀ ਕਰਦਾ। ਇਸ ਲਈ ਹੋ ਸਕਦਾ ਹੈ ਲੋਕਾਂ ਨੂੰ ਵੀ ਉਸਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੋਵੇ। ਉਹਦਾ ਪਿਓ ਸ਼ਰੇਆਮ ਭਾਂਡੇ ਚੁੱਕਦਾ, ਨਸਵਾਰ ਲੈਂਦਾ ਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਨਹੀਂ ਸੀ ਰਹਿਣੀ। ਉਹ ਇਹ ਸੋਚਦਾ ਹੈ ਕਿ ਅਗਰ ਉਸਦਾ ਪਿਤਾ ਐਵੇਂ ਕਰਦਾ, ਡਿੱਗਦਾ ਰਹਿੰਦਾ, ਲੋਕਾਂ ਨੂੰ ਪਤਾ ਹੁੰਦਾ ਤਾਂ ਉਸਦੀ ਇੱਜ਼ਤ ਨਹੀਂ ਸੀ ਰਹਿਣੀ। ਭਲਾ ਅੱਗੇ ਵੱਡੀ ਕੁੜੀ ਦੇ ਸਾਕ ਟੁੱਟਣ ਦੀ ਨਮੋਸ਼ੀ ਨੇ ਉਹਦੀ ਜ਼ਮੀਰ ਨੂੰ ਧੁਰ ਅੰਦਰੋਂ ਜ਼ਖਮੀ ਕਰ ਦਿੱਤਾ ਸੀ। ਪਹਿਲਾਂ ਜਦੋਂ ਵੱਡੀ ਭੈਣ ਦਾ ਸਾਕ ਟੁੱਟ ਗਿਆ ਸੀ, ਉਸ ਬਾਤ ਨੇ ਉਸਨੂੰ ਅੰਦਰੋਂ ਜ਼ਖਮੀ ਕੀਤਾ ਹੋਇਆ ਸੀ। ਕਿਉਂ ਬੀਬੀ, ਠੀਕ ਗੱਲ ਹੈ। ਉਸਨੇ ਭਰੇ ਪਿੱਤੇ ਨੂੰ ਇਤਰਾਜ਼ ਸੀ ਕਿ ਉਹਦੀ ਮਾਂ ਨੇ ਉਸ ਤੋਂ ਰੁਪਏ ਕਰਜ਼ ਚੁੱਕਣ, ਜ਼ਮੀਨ ਗਹਿਣੇ ਪਾਉਣ ਅਤੇ ਇਸ ਤਰ੍ਹਾਂ ਉਹਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਕਿਉਂ ਨਹੀਂ ਸੀ ਦੱਸਿਆ। ਠੀਕ ਆ, ਹੋਰ ਝੂਠ ਥੋੜ੍ਹਾ, ਸਭ ਤੋਂ ਛੋਟੀ ਕੁੜੀ ਬੋਲ ਪਈ। ਇਸ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਬਚਦੀ ਸੀ, ਜੇ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪੈ ਜਾਣੀ ਸੀ, ਪਿੱਛੇ ਰਹਿ ਜਾਣਾ ਸੀ। ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਕਿ ਮਹਿੰਦਰ ਬੋਲ ਪਿਆ, ਪਿੱਛੇ ਰਹਿ ਜਾਣਾ ਸੀ ਠੁਨ ਗੋਪਾਲ। ਕਿ ਹੁਣ ਛੋਟੀ ਕੁੜੀ ਨੇ ਦੱਸਿਆ ਕਿ ਸਿਰਫ 2 ਕਿੱਲੇ ਹੀ ਬਚੇ ਨੇ, ਨਹੀਂ ਤਾਂ ਜੇ ਉਹ ਜਿੰਦੇ ਰਹਿਣਾ ਸੀ ਤਾਂ ਉਸਨੇ ਉਹ ਵੀ ਵੇਚ ਦੇਣੀ ਸੀ ਤੇ ਪਿੱਛੇ ਬਚਦਾ ਠੰਡਨ ਗੋਪਾਲ। ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ। ਉਹਦੇ ਹਾਸੇ ਵਿੱਚ ਨਾ ਹੀ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦਰਦ। ਅਜੀਬ ਤਰ੍ਹਾਂ ਦਾ ਇੱਕ ਬੇਰੰਗ ਹਾਸਾ ਸੀ ਵੀ ਇਹ ਜ਼ਿੰਦਗੀ ਐਸੀ ਸੀ ਕਿ ਨਾ ਤਾਂ ਉਸਦੀ ਖੁਸ਼ੀ ਸੀ ਉਸਨੂੰ ਅਤੇ ਨਾ ਹੀ ਕੋਈ ਗਮ ਸੀ। ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ 1-2 ਜੀਅ ਹੌਲੀ ਹੱਸੇ। ਇੰਜ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬ ਸੰਮਤੀ ਨਾਲ ਪ੍ਰਵਾਨ ਹੋ ਗਈ ਸੀ, ਵੀ ਸਾਰਿਆਂ ਦੀ ਸਹਿਮਤੀ ਸੀ ਉਸ ਵਿੱਚ ਜੋ ਗੱਲ ਮਹਿੰਦਰ ਨੇ ਆਖੀ ਸੀ। ਤੇ ਉਹ ਇਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ ਤੇ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਉਹ ਇਸ ਤਰ੍ਹਾਂ ਮਹਿਸੂਸ ਕਰ ਰਹੇ ਸਨ ਕਿ ਜਿਵੇਂ ਕਿਸੇ ਜ਼ਿੰਮੇਵਾਰੀ ਨੂੰ ਨਿਭਾ ਕੇ ਮੁਕਤ ਹੋ ਜਾਣਾ। ਕਿ ਉਹਨਾਂ ਨੂੰ ਲੱਗ ਰਿਹਾ ਸੀ ਵੀ ਅੱਛਾ ਹੋਇਆ, ਆਪਣੇ ਮਨ ਵਿੱਚ ਹੀ ਉਹ ਸੋਚ ਰਹੇ ਨੇ ਕਿ ਅੱਛਾ ਉਹ ਮਰ ਗਿਆ, ਨਹੀਂ ਤਾਂ ਜੋ ਬਚਦੀ ਸੀ ਉਹ ਵੀ ਗਹਿਣੇ ਹੋ ਜਾਣੀ ਸੀ ਤੇ ਕਰਜ਼ਾ ਹੋਰ ਚੜ੍ਹ ਜਾਣਾ ਸੀ। ਇਸ ਵਿੱਚ ਇਹੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਗਰੀਬ ਪਰਿਵਾਰ ਹੈ, ਜਿਸ ਤਰ੍ਹਾਂ ਜ਼ਿਮੀਂਦਾਰਾ ਪਰਿਵਾਰ ਹੈ, ਉਸਨੇ ਆਪਣੇ ਬੈਲਾਂ ਵਿੱਚ ਸਭ ਕੁਝ ਖੋ ਦਿੱਤਾ ਅਤੇ ਉਸ ਤੋਂ ਬਾਅਦ ਜਦੋਂ ਉਸਦੇ ਬੇਟੇ ਨੂੰ ਪਤਾ ਲੱਗਦਾ ਹੈ, ਹੌਲੀ ਸਾਰੀਆਂ ਗੱਲਾਂ ਖੁੱਲ੍ਹਦੀਆਂ ਹਨ ਤਾਂ ਪਤਾ ਲੱਗਦਾ ਉਹਨਾਂ ਦੇ ਕੋਲ ਕੁਝ ਵੀ ਨਹੀਂ, 2 ਕਿੱਲੇ ਬਚੇ ਹਨ, ਬਾਕੀ ਸਾਰੇ ਉਹਨਾਂ ਨੇ ਗਹਿਣੇ ਧਰਤੀ ਅਤੇ ਕਰਜ਼ਾ ਦੇਣਾ ਹੈ ਜੋ ਦੇਣਾ ਹੈ ਅਤੇ ਕੁੜੀ ਵਿਆਹਣ ਵਾਲੀ ਹੈ, ਇੱਕ ਮੁੰਡਾ ਵਿਆਹਣ ਵਾਲਾ ਹੈ। ਇਸ ਤਰ੍ਹਾਂ ਇਹ ਕਹਾਣੀ ਅੰਗ ਸੰਗ ਵੀ ਉਸਦੇ ਜੋ ਦੁੱਖ ਤਕਲੀਫਾਂ ਹਨ ਉਹ ਅੰਗ ਸੰਗ ਹੀ ਚੱਲਦੀਆਂ ਹਨ। ਉਸਦੇ ਮਰਨ ਤੋਂ ਬਾਅਦ ਵੀ ਜੋ ਕਰਜ਼ੇ ਦੇਣੇ ਹਨ, ਜੋ ਮੁਸੀਬਤਾਂ ਹਨ ਉਸਦੇ ਅੰਗ ਸੰਗ ਰਹਿੰਦੀਆਂ ਹਨ। ਜੋ ਅਮਰੀਕ ਹੈ ਉਸਦੇ ਸਿਰ 'ਤੇ ਰਹਿੰਦੀਆਂ। ਉਸਨੂੰ ਇਉਂ ਲੱਗਦਾ ਹੈ ਕਿ ਉਸਦਾ ਪਿਤਾ ਮਰਿਆ ਨਹੀਂ, ਉਸਦੇ ਅੰਗ ਸੰਗ ਉਸਦੇ ਸਾਥ ਹੀ ਫਿਰ ਰਿਹਾ ਹੈ, ਕਿਉਂਕਿ ਸਾਰਾ ਉਸਦੀਆਂ ਜੋ ਗੱਲਾਂ ਹਨ ਉਹ ਹੁਣ ਤੁਰੀਆਂ ਆ ਰਹੀਆਂ ਹਨ ਉਸਦੇ ਕੋਲ।